ਹੈਲੋ ਸਟੂਡੈਂਟਸ, ਇਸ ਸੀਰੀਜ਼ ਦੇ ਨੈਕਸਟ ਲੈਕਚਰ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਲੈਕਚਰ ਦੇ ਵਿੱਚ ਅਸੀਂ ਐਰਰ ਡਿਟੈਕਸ਼ਨ ਤੇ ਐਰਰ ਕਰੈਕਸ਼ਨ ਕਰਨੇ ਨੇ। ਇਹਦਾ ਇੱਕ 5 ਜਾਂ 10 ਨੰਬਰ ਦਾ ਇੱਕ ਸਵਾਲ ਆ ਜਾਂਦਾ ਹੈਮਿੰਗ ਕੋਡ ਦੇ ਵਿੱਚ। ਆਪਾਂ ਉਹ ਵੀ ਸੋਲਵ ਕਰਾਂਗੇ ਕੁਐਸਚਨ, ਲੇਕਿਨ ਉਸ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਐਰਰ ਡਿਟੈਕਸ਼ਨ ਤੇ ਕਰੈਕਸ਼ਨ ਕੀ ਹੈ। ਤੋ ਐਰਰ ਡਿਟੈਕਸ਼ਨ ਤੋਂ ਮੇਰਾ ਮਤਲਬ ਹੈ ਕਿ ਆਪਾਂ ਜਦੋਂ ਅਗਰ ਤੁਸੀਂ ਇੱਕ ਲੋਕੇਸ਼ਨ ਤੋਂ ਦੂਸਰੀ ਲੋਕੇਸ਼ਨ ਤੋਂ ਤੁਸੀਂ ਕੋਈ ਡੇਟਾ ਟਰਾਂਸਫਰ ਕਰਦੇ ਹੋ। ਫੋਰ ਐਗਜ਼ਾਮਪਲ ਅਸੀਂ ਅਗਰ ਇੱਕ ਸੌਖਾ ਜਿਹਾ ਐਗਜ਼ਾਮਪਲ ਲੈ ਲਈਏ ਕਿ ਅਗਰ ਅਸੀਂ ਟਰਾਂਸਫਰ ਕਰ ਰਹੇ ਹਾਂ, ਮੰਨ ਲਓ ਕਿ ਕਿਉਂਕਿ ਸਾਰਾ ਜਿਹੜਾ ਇਨਫੋਰਮੇਸ਼ਨ ਹੈ ਉਹ ਬਿਟਸ ਦੇ ਵਿੱਚ ਟਰਾਂਸਫਰ ਹੁੰਦਾ, 0 1 ਫਾਰਮ ਦੇ ਵਿੱਚ ਟਰਾਂਸਫਰ ਹੁੰਦਾ। ਤਾਂ ਮੰਨ ਲਓ ਅਸੀਂ ਲੋਕੇਸ਼ਨ A 'ਤੇ ਬੈਠੇ ਹਾਂ ਅਤੇ ਕੋਈ ਹੋਰ ਲੋਕੇਸ਼ਨ 100 ਕਿਲੋਮੀਟਰ ਦੂਰ ਹੈ। ਅਸੀਂ ਉੱਥੇ ਡੇਟਾ ਟਰਾਂਸਫਰ ਕੀਤਾ, ਮੰਨ ਲਓ ਯੂਜ਼ਰ ਨੇ 0001 ਭੇਜਿਆ ਗਿਆ। 001 ਕੁਛ ਵੀ ਹੋ ਸਕਦਾ, ਕੁਛ ਵੀ ਇੱਦਾਂ ਆਪਾਂ ਐਗਜ਼ਾਮਪਲ ਲੈ ਰਹੇ ਹਾਂ। ਲੇਕਿਨ ਰਸਤੇ ਦੇ ਵਿੱਚ ਕੀ ਹੋਇਆ, ਕੋਈ ਟਰਾਂਸਫਰ ਨੈਟਵਰਕ ਦੇ ਥਰੂ ਟਰਾਂਸਫਰ ਹੋ ਰਿਹਾ ਸੀ ਤਾਂ ਐਰਰਸ ਆ ਜਾਂਦੇ ਆ। ਤੋ ਐਰਰ ਹੋਣ ਕਰਕੇ ਮੰਨ ਲਓ ਕਿ ਇੱਥੇ ਇੱਕ ਬਿਟ ਜਿਹੜਾ ਸੀਗਾ ਭੇਜਿਆ ਸੀ 0001 ਸੀ, ਯੂਜ਼ਰ ਨੂੰ ਮਿਲਿਆ 0101। ਤੋ ਮਤਲਬ ਜਿਹੜਾ ਸੈਕਿੰਡ ਬਿਟ ਸੀ ਉਹ ਉੱਥੇ ਉਹ ਐਰਰ ਹੈਗੀ ਹੈ। ਤੋ ਆਪਾਂ ਭੇਜਿਆ 0001 ਸੀ, ਮਿਲਿਆ ਉਹਨੂੰ 0101। ਹੁਣ ਬੀ ਨੂੰ ਕਿੱਦਾਂ ਪਤਾ ਲੱਗੇਗਾ ਕਿ ਮੈਨੂੰ ਜੋ ਇਨਫੋਰਮੇਸ਼ਨ ਭੇਜੀ ਗਈ ਹੈ ਉਹ ਕਰੈਕਟ ਹੈ ਜਾਂ ਨਹੀਂ ਕਰੈਕਟ ਹੈ। ਅਗਰ ਕਰੈਕਟ ਹੈ ਤਾਂ ਠੀਕ ਹੈ, ਅਗਰ ਨਹੀਂ ਕਰੈਕਟ ਹੈ ਤਾਂ ਕਿਹੜੀ ਪੋਜੀਸ਼ਨ 'ਤੇ ਕਿਹੜੀ ਬਿਟ ਰੋਂਗ ਹੈਗੀ ਹੈ ਉਹ ਪਤਾ ਲੱਗਣਾ ਚਾਹੀਦਾ ਉਹਨੂੰ। ਫਿਰ ਉਹ ਰੋਂਗ ਬਿਟ ਨੂੰ ਕਰੈਕਟ ਵੀ ਕਰਨਾ ਪਏਗਾ। ਤਾਂ ਇਹੋ ਜਿਹਾ ਮਕੈਨਿਜ਼ਮ ਹੋਣਾ ਚਾਹੀਦਾ। ਔਰ ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਐਰਰ ਹੈਂਡਲਿੰਗ। ਔਰ ਐਰਰ ਹੈਂਡਲਿੰਗ ਦੇ ਵਿੱਚ ਦੋਨੋਂ ਚੀਜ਼ਾਂ ਆ ਜਾਂਦੀਆਂ, ਐਰਰ ਡਿਟੈਕਸ਼ਨ ਵੀ ਅਤੇ ਐਰਰ ਕਰੈਕਸ਼ਨ ਵੀ। ਕਿ ਪਹਿਲਾਂ ਮੈਨੂੰ ਪਤਾ ਲੱਗੇ ਕਿ ਹਾਂਜੀ ਜਿਹੜੀ ਮੈਨੂੰ ਇਨਫੋਰਮੇਸ਼ਨ ਰਿਸੀਵ ਹੋਈ ਹੈ ਉਹਦੇ ਸੈਕਿੰਡ ਬਿਟ 'ਚ ਪ੍ਰੋਬਲਮ ਹੈ, ਐਰਰ ਡਿਟੈਕਟ ਹੋ ਜਾਏਗਾ। ਡਿਟੈਕਟ ਹੋ ਕੇ ਪਤਾ ਲੱਗ ਜਾਏਗਾ ਕਿ ਫਲਾਨੀ ਪੋਜੀਸ਼ਨ 'ਤੇ ਪ੍ਰੋਬਲਮ ਹੈਗੀ ਹੈ। ਫਿਰ ਕਰੈਕਟ ਕਰਾਂਗੇ ਉਹਨੂੰ, 1 ਦਾ 0 ਬਣਾਵਾਂਗੇ ਅਤੇ ਫਿਰ ਸਾਨੂੰ ਕਰੈਕਟ ਇਨਫੋਰਮੇਸ਼ਨ ਜਿਹੜੀ ਹੈ ਮਿਲੇਗੀ। ਤੋ ਇਹਦੇ ਵਿੱਚ ਹੈਮਿੰਗ ਕੋਡ ਦੇ ਵਿੱਚ ਜਿਹੜਾ ਆਪਾਂ ਦੇਖਣਾ ਹੈ ਕਿ ਹੈਮਿੰਗ ਕੋਡ ਕੀ ਹੈ। ਤੋ ਹੈਮਿੰਗ ਕੋਡ ਹੈਗਾ ਕਿ ਇਹੋ ਜਿਹਾ ਕੋਡ ਜਿਹੜਾ ਕਿ ਸਿੰਗਲ ਬਿਟ 1 ਬਿਟ ਐਰਰ ਕਰੈਕਸ਼ਨ। ਐਰਰ ਕਰੈਕਸ਼ਨ, ਇਹ ਮੈਂ ਦੁਬਾਰਾ ਲਿਖ ਦੇਵਾਂ, ਸਿੰਗਲ ਬਿਟ ਐਰਰ ਕਰੈਕਸ਼ਨ। ਤੋ ਜਿਹੜਾ ਐਰਰ ਡਿਟੈਕਸ਼ਨ ਅਤੇ ਕਰੈਕਸ਼ਨ ਦੇ ਅੰਡਰ ਆਪਾਂ ਹੈਮਿੰਗ ਕੋਡ ਕਰ ਰਹੇ ਹਾਂ ਤਾਂ ਹੈਮਿੰਗ ਕੋਡ ਇੱਕ ਸਿੰਗਲ ਬਿਟ ਐਰਰ ਕਰੈਕਟ ਵੀ ਕਰ ਦਿੰਦਾ ਅਤੇ ਡਿਟੈਕਟ ਤੇ ਕਰਦਾ ਹੀ ਹੈ। ਤੋ ਜਿਹੜੇ ਕੋਡਸ ਹੋਣਗੇ ਉਹ ਅਲੱਗ-ਅਲੱਗ ਟਾਈਪ ਦੇ ਹੋ ਸਕਦੇ ਆ ਕਿ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਆਪਾਂ ਇੱਥੇ ਐਰਰ ਦੀ ਗੱਲ ਕਰ ਰਹੇ ਹਾਂ ਉਹ ਇੱਕ ਜਗ੍ਹਾ 'ਤੇ ਪ੍ਰੋਬਲਮ ਆਈ ਹੋਵੇ, ਸਿਰਫ ਸੈਕਿੰਡ ਬਿਟ ਜਿਹੜਾ ਐਰਰ ਹੋ ਗਈ ਹੋਵੇ ਸੈਕਿੰਡ ਬਿਟ ਦੇ ਵਿੱਚ। ਲੇਕਿਨ ਇਹ ਵੀ ਹੋ ਸਕਦਾ ਕਿ ਇੱਕ ਤੋਂ ਜ਼ਿਆਦਾ ਬਿਟਸ ਵੀ ਟਰਾਂਸਫਰ ਕਰਨ ਦੇ ਪ੍ਰੋਸੈਸ ਦੇ ਵਿੱਚ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਦੇ ਪ੍ਰੋਸੈਸ ਦੇ ਵਿੱਚ ਇੱਕ ਤੋਂ ਜ਼ਿਆਦਾ ਜਗ੍ਹਾ 'ਤੇ ਐਰਰਸ ਆਈਆਂ ਹੋਣ। ਹੋ ਸਕਦਾ ਪਹਿਲੀ ਦੋਨੋਂ ਬਿਟਸ ਐਰਰ ਹੋ ਜਾਣ। ਆਪਾਂ ਭੇਜਿਆ 0001 ਸੀ ਲੇਕਿਨ ਮਿਲੇ 1101। ਜਾਂ ਹੋ ਸਕਦਾ ਤਿੰਨੋਂ ਪੋਜੀਸ਼ਨ 'ਤੇ ਐਰਰ ਹੋ ਜਾਵੇ ਅਤੇ ਸਾਨੂੰ ਰਿਸੀਵ ਹੋਵੇ 1110। ਜਾਂ ਹੋ ਸਕਦਾ ਚਾਰਾਂ 'ਤੇ ਹੀ ਪ੍ਰੋਬਲਮ ਆ ਜਾਏ ਕਿ ਆਪਾਂ ਭੇਜਿਆ 0001 ਸੀ, ਮਿਲਿਆ ਸਾਨੂੰ 1110 ਸੀ, ਬਿਲਕੁਲ ਹੀ ਉਲਟ ਮਿਲ ਗਿਆ ਸਾਨੂੰ। ਤੋ ਇੱਕ ਤੋਂ ਜ਼ਿਆਦਾ ਜਗ੍ਹਾ 'ਤੇ ਵੀ ਐਰਰਸ ਹੋ ਸਕਦੀਆਂ। ਇੱਕ ਜਗ੍ਹਾ 'ਤੇ ਵੀ ਐਰਰ ਹੋ ਸਕਦੀ ਹੈ, ਦੋ ਜਗ੍ਹਾ 'ਤੇ ਵੀ ਐਰਰ ਹੋ ਸਕਦੀ ਹੈ। ਅਤੇ ਆਪਾਂ ਕੀ ਕਰਨਾ, ਆਪਾਂ ਇਸ ਟਾਈਮ 'ਤੇ ਜਿਹੜਾ ਹੈਮਿੰਗ ਕੋਡ ਕਰ ਰਹੇ ਹਾਂ, ਹੈਮਿੰਗ ਕੋਡ ਇਹੋ ਜਿਹਾ ਕੋਡ ਹੈ ਜਿਹੜਾ ਕਿ ਅਗਰ ਆਪਾਂ ਯੂਜ਼ ਕਰੀਏ ਤਾਂ ਸਾਨੂੰ ਸਿੰਗਲ ਬਿਟ ਐਰਰ ਦਾ ਪਤਾ ਲੱਗ ਜਾਏਗਾ, ਅਸੀਂ ਕਰੈਕਟ ਵੀ ਕਰ ਲਾਂਗੇ। ਮਤਲਬ ਅਗਰ ਇੱਕ ਤੋਂ ਜ਼ਿਆਦਾ 2-3
ਐਰਰਸ ਹੈਗੀਆਂ, 3-4 ਐਰਰਸ ਹੈਗੀਆਂ, ਜਿੱਦਾਂ ਇਹ ਵਾਲਾ ਕੇਸ ਹੈ, ਇਹ ਵਾਲਾ ਕੇਸ ਹੈ। ਹੈਮਿੰਗ ਕੋਡ ਇਹਦੇ ਵਾਸਤੇ ਨਹੀਂ ਹੈ। ਅਤੇ ਇਹਦੇ ਵਾਸਤੇ ਸਾਨੂੰ ਜਿਹੜੀ ਚੀਜ਼ ਪਤਾ ਹੋਣੀ ਚਾਹੀਦੀ ਹੈ ਉਹ ਹੈਗੀ ਹੈ ਕਿ ਪੈਰਿਟੀ ਬਿਟਸ ਕੀ ਹੁੰਦੀਆਂ। ਤੋ ਆਪਾਂ ਹੈਮਿੰਗ ਕੋਡ ਕਰਨ ਤੋਂ ਪਹਿਲਾਂ ਜਸਟ ਇੱਕ ਟੌਪਿਕ ਹੈ ਪੈਰਿਟੀ ਬਿਟਸ ਦਾ ਕਰ ਲਈਏ। PARITY, ਪੈਰਿਟੀ ਬਿਟ। ਤੋ ਪੈਰਿਟੀ ਬਿਟਸ ਕੀ ਹੈ? ਪੈਰਿਟੀ ਬਿਟਸ ਹੈ ਕਿ ਆਪਾਂ ਆਪਣੇ ਮੈਸੇਜ ਦੇ ਵਿੱਚ ਤੋ ਜਿਹੜਾ ਆਪਾਂ ਸੈਂਡ ਕਰਨਾ ਇਨਫੋਰਮੇਸ਼ਨ, ਉਹਨੂੰ ਮੈਂ ਮੈਸੇਜ ਕਹਿ ਰਿਹਾ। ਜਿੱਦਾਂ ਕਿ ਲਾਸਟ ਇਹ ਵਾਲੀ ਐਗਜ਼ਾਮਪਲ ਦੇ ਵਿੱਚ ਆਪਾਂ 0001 ਨੂੰ ਸੈਂਡ ਕਰਨਾ ਸੀ। 0001 ਹੈਗਾ A ਸਾਈਡ 'ਤੇ, ਇਹਨੂੰ ਸੈਂਡ ਕਰਨਾ, ਤਾਂ ਇਹਨੂੰ ਮੈਂ ਕਹਿ ਰਿਹਾ ਮੈਸੇਜ, ਜਿਹੜਾ ਆਪਾਂ ਭੇਜਣਾ ਚਾਹੁੰਦੇ ਹਾਂ। ਤਾਂ ਮੈਸੇਜ ਦੇ ਵਿੱਚ ਆਪਾਂ ਕੁਝ ਬਿਟਸ ਆਪਣੇ ਵੱਲੋਂ ਐਡ ਕਰਾਂਗੇ, ਐਡ ਕਰਕੇ ਫਿਰ ਭੇਜਾਂਗੇ। ਤੋ ਉਹਨਾਂ ਬਿਟਸ ਨੂੰ ਜਿਨ੍ਹਾਂ ਨੂੰ ਆਪਾਂ ਆਪਣੇ ਵੱਲੋਂ, ਓਰੀਜਨਲ ਮੈਸੇਜ ਅਸੀਂ 0001 ਭੇਜਣਾ, ਲੇਕਿਨ ਆਪਾਂ ਭੇਜਣ ਤੋਂ ਪਹਿਲਾਂ ਜਸਟ ਪਹਿਲਾਂ ਆਪਾਂ ਕੁਛ ਇਹਦੇ 'ਚੋਂ ਐਕਸਟਰਾ ਬਿਟਸ ਐਡ ਕਰ ਦਿੰਦੇ ਹਾਂ ਆਪਣੇ ਵੱਲੋਂ, ਫਿਰ ਐਡ ਕਰਕੇ ਫਿਰ ਉਹਨੂੰ ਸੈਂਡ ਕਰਦੇ ਹਾਂ। ਉਹ ਐਕਸਟਰਾ ਬਿਟਸ ਨੂੰ ਆਪਾਂ ਕਹਿੰਦੇ ਹਾਂ ਪੈਰਿਟੀ ਬਿਟਸ। ਹੁਣ ਪੈਰਿਟੀ ਜਿਹੜੀ ਹੈ ਉਹ ਈਵਨ ਪੈਰਿਟੀ ਵੀ ਹੋ ਸਕਦੀ ਹੈ, ਔਡ ਪੈਰਿਟੀ ਵੀ ਹੋ ਸਕਦੀ ਹੈ। ਤਾਂ ਇਹਦੇ 'ਚ ਆਪਾਂ ਦੇਖ ਲੈਂਦੇ ਹਾਂ ਕਿ ਈਵਨ ਕੀ ਹੁੰਦਾ ਅਤੇ ਔਡ ਕੀ ਹੁੰਦਾ। ਤਾਂ ਈਵਨ ਪੈਰਿਟੀ ਤਾਂ ਹੈ, ਹੁਣ ਮੰਨ ਲਓ ਕਿ ਮੈਂ ਇਹਦੇ 'ਚ ਇੱਕ ਇਹ ਮੈਸੇਜ ਭੇਜਣਾ ਸੀ ਔਰ ਮੈਂ ਇੱਕ ਐਕਸਟਰਾ ਬਿਟ ਭੇਜਾਂਗਾ ਨਾਲ। ਕਿਉਂ ਭੇਜਾਂਗਾ? ਤਾਂ ਕਿ ਮੈਨੂੰ ਇਹ ਪਤਾ ਲੱਗ ਜਾਏ ਕਿ ਜਿਹੜਾ ਰਿਸੀਵ ਹੋਏਗਾ ਮੈਸੇਜ ਉਹ 'ਚ ਕੋਈ ਗਲਤੀ ਹੈ ਜਾਂ ਨਹੀਂ ਹੈ। ਹੁਣ ਮੰਨ ਲਓ ਕਿ ਮੈਂ ਏ ਨੇ 0001 ਭੇਜਣਾ ਸੀ, ਠੀਕ ਹੈ, ਔਰ ਭੇਜਣ ਤੋਂ ਪਹਿਲਾਂ ਏ ਨੇ 0001 ਭੇਜਣਾ ਸੀ। ਭੇਜਣ ਤੋਂ ਪਹਿਲਾਂ ਉਹਨੇ ਇੱਕ ਬਿਟ ਐਡ ਕਰਤੀ ਇਹਦੇ ਵਿੱਚ। ਇਹ ਜਿਹੜੀ ਬਿਟ ਤੁਸੀਂ ਐਡ ਕਰਨੀ ਹੈ, ਇਹ ਸ਼ੁਰੂ 'ਚ ਵੀ ਕਰ ਸਕਦੇ ਹੋ, ਐਂਡ 'ਚ ਵੀ ਕਰ ਸਕਦੇ ਹੋ। ਇਹ ਤੁਹਾਡੀ ਕਿਸੇ ਪੋਜੀਸ਼ਨ 'ਤੇ ਕਰ ਸਕਦੇ ਹੋ। ਮੰਨ ਲਓ ਕਿ ਮੈਂ ਅਖੀਰ ਦੇ ਵਿੱਚ 1 ਐਡ ਕੀਤਾ ਅਤੇ ਸੈਂਡ ਕਰਤਾ। ਹੁਣ ਈਵਨ ਪੈਰਿਟੀ ਦਾ ਮਤਲਬ ਹੈ ਕਿ ਜਿਹੜੀਆਂ ਬਿਟਸ ਸੈਂਡ ਹੋਈਆਂ, ਜਿਹੜਾ ਮੈਸੇਜ ਸੈਂਡ ਹੋਇਆ, ਜਿਹੜਾ ਇਨਫੋਰਮੇਸ਼ਨ ਅਸੀਂ ਸੈਂਡ ਕੀਤੀ ਆ, ਉਹਦੇ 'ਚ ਟੋਟਲ ਨੰਬਰ ਆਫ 1 ਜਿਹੜੇ ਆ ਈਵਨ ਹੋਣੇ ਚਾਹੀਦੇ। ਤਾਂ ਪਹਿਲਾਂ ਜਿਹੜਾ ਮੇਰਾ ਓਰੀਜਨਲ ਮੈਸੇਜ ਸੀ ਉਹਦੇ ਵਿੱਚ ਬਿਟਸ ਸੀਗੇ 0001, ਇਹ 'ਚ ਨੰਬਰ ਆਫ 1 ਕਿੰਨੇ ਸੀਗੇ? ਇੱਕ ਸੀ, ਔਡ ਸੀ। ਤੋ ਆਪਾਂ ਕੀ ਕੀਤਾ, ਆਪਾਂ ਇੱਕ ਐਕਸਟਰਾ ਬਿਟ ਐਡ ਕਰਤਾ 1, ਤਾਂ ਕਿ ਟੋਟਲ ਨੰਬਰ ਆਫ 1 ਹੁਣ ਕਿੰਨੇ ਹੋ ਗਏ? 2, ਈਵਨ ਹੋ ਗਏ। ਫਿਰ ਆਪਾਂ ਸੈਂਡ ਕਰ ਦਿੱਤਾ। ਹੁਣ ਮੰਨ ਲਓ ਕਿ ਜਿਹੜਾ 0011 ਅਸੀਂ ਸੈਂਡ ਕੀਤਾ ਸੀ, ਮੰਨ ਲਓ ਔਨ ਦੀ ਵੇ ਨੈਟਵਰਕ ਦੇ ਵਿੱਚ ਕੁਝ ਐਰਰ ਆ ਗਈ। ਐਰਰ ਕਿੱਦਾਂ ਆ ਗਈ? ਹੋ ਸਕਦਾ ਕੋਈ ਨੋਇਸ ਵਗੈਰਾ ਕਰਕੇ, ਜਿੱਦਾਂ ਵਾਇਰਸ ਦੇ ਥਰੂ ਇਨਫੋਰਮੇਸ਼ਨ ਜਾਣੀ ਹੈ, ਨੋਇਸ ਹੋ ਗਈ, ਕੋਈ ਵੈਸੇ ਹਾਰਡਵੇਅਰ 'ਚ ਪ੍ਰੋਬਲਮ ਕਰਕੇ ਬਿਟਸ ਜਿਹੜੀਆਂ ਉਹ ਫਲਿੱਪ ਹੋ ਗਈਆਂ। ਤਾਂ ਉਹਦੇ ਕਰਕੇ ਇੱਕ ਐਰਰ ਆ ਗਈ। ਐਰਰ ਆ ਗਈ ਮਤਲਬ ਕਿ ਮੰਨ ਲਓ ਕਿ ਜਿਹੜਾ ਥਰਡ ਜਾਂ ਮੰਨ ਲਓ ਕਿ ਫਸਟ ਬਿਟ ਜਿਹੜਾ ਸੀਗਾ 0 ਸੀ, ਉਹ ਕਿਸੇ ਨੋਇਸ ਕਰਕੇ ਜਾਂ ਕਿਸੇ ਹਾਰਡਵੇਅਰ ਇਸ਼ੂ ਕਰਕੇ ਜਿਹੜੀ 0001 ਸੀ ਏ ਤੋਂ ਭੇਜਿਆ ਗਿਆ ਸੀ। ਆਪਾਂ ਨਾਲ ਇੱਕ ਪੈਰਿਟੀ ਬਿਟ ਲਾਈ ਸੀ 1 ਅਖੀਰ ਦੇ ਵਿੱਚ। ਇਹ ਜਿਹੜਾ ਸੀ ਐਰਰ ਹੋਣ ਤੋਂ ਬਾਅਦ ਬਣ ਗਿਆ 10011। ਹੁਣ ਇਹ ਬੀ ਕੋਲ ਪਹੁੰਚੀ, ਏ ਨੇ ਭੇਜੀ ਹੈ, ਉਹਦੇ ਵਿੱਚ ਮੈਸੇਜ ਸੀਗਾ ਇੰਨਾ, ਲਾਸਟ ਬਿਟ ਸੀਗਾ ਪੈਰਿਟੀ, ਐਰਰ ਆਈ, ਬੀ ਨੂੰ ਮਿਲੀ 10011। ਹੁਣ ਬੀ ਨੇ ਕੀ ਕਰਨਾ? ਬੀ ਨੇ ਚੈੱਕ ਕਰ ਲੈਣਾ। ਬੀ ਕੀ ਕਰੇਗਾ? ਚੈੱਕ ਕਰੇਗਾ ਕਿ ਇਹ ਠੀਕ ਹੈ ਜਾਂ ਨਹੀਂ। ਤੋ ਆਪਾਂ ਜਿਹੜੀ ਪੈਰਿਟੀ ਐਡ ਕੀਤੀ ਸੀ ਏ ਵਾਲੀ ਸਾਈਡ 'ਤੇ, ਉਹ ਆਪਾਂ ਐਡ ਕੀਤੀ ਸੀ ਈਵਨ ਪੈਰਿਟੀ। ਈਵਨ ਪੈਰਿਟੀ ਕੀ ਕਹਿੰਦੀ ਹੈ ਕਿ ਟੋਟਲ ਨੰਬਰ ਆਫ 1 ਜਿਹੜੇ ਹੈ ਉਹ ਈਵਨ ਹੋਣੇ ਚਾਹੀਦੇ ਆ। ਜਿੱਦਾਂ ਇਹ ਵਾਲੀ ਸਾਈਡ 'ਤੇ ਈਵਨ ਹੈ ਕਿਉਂਕਿ 2 1 ਹੈਗੇ ਆ। ਤੋ ਬੀ ਚੈੱਕ ਕਰੇਗਾ ਕਿ ਇਹਦੇ ਵਿੱਚ ਟੋਟਲ ਨੰਬਰ ਆਫ 1 ਈਵਨ ਹੈ ਜਾਂ ਨਹੀਂ।
तो ਉਹ ਦੇਖੇਗਾ ਕਿ ਕਾਊਂਟ ਕਰੇਗਾ 1 ਕਿੰਨੇ ਹੈ ਇਹਦੇ 'ਚ, ਤਾਂ ਉਹਨੂੰ ਦਿਖੇਗਾ 1 ਅਤੇ 3 ਹੈਗੇ ਆ। ਇਹਦਾ ਮਤਲਬ ਕਿ ਈਵਨ ਪੈਰਿਟੀ ਨਹੀਂ ਰਹੀ। ਐਰਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਰਰ ਆ ਗਿਆ, ਮਤਲਬ ਕਿ ਇਹ ਵਾਲਾ ਕੋਡ ਜਿਹੜਾ ਉਹ ਕਰੈਕਟ ਕੋਡ ਨਹੀਂ ਹੈਗਾ। ਤਾਂ ਇੱਦਾਂ ਆਪਾਂ ਪੈਰਿਟੀ ਬਿਟਸ ਨੂੰ ਐਡ ਕਰਕੇ, ਐਕਸਟਰਾ ਬਿਟਸ ਨੂੰ ਐਡ ਕਰਕੇ ਪਤਾ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਰਿਸੀਵ ਹੋਇਆ ਬੀ ਵਾਲੀ ਸਾਈਡ 'ਤੇ ਜਿਹੜਾ ਮੈਸੇਜ ਰਿਸੀਵ ਹੋਇਆ ਉਹਦੇ 'ਚ ਕੋਈ ਗੜਬੜ ਹੈ ਜਾਂ ਨਹੀਂ ਹੈ। ਤੋ ਅਗਰ ਆਪਾਂ ਸਿੰਗਲ ਪੈਰਿਟੀ ਐਡ ਕਰਕੇ ਦੇਖ ਰਹੇ ਹਾਂ ਤਾਂ ਮੈਨੂੰ ਪਤਾ ਲੱਗ ਰਿਹਾ ਕਿ ਮੈਨੂੰ ਕਰੈਕਸ਼ਨ ਤਾਂ ਨਹੀਂ ਆਪਾਂ ਹਜੇ ਕਰ ਸਕਦੇ, ਡਿਟੈਕਟ ਹੋ ਜਾਂਦਾ ਮੈਸੇਜ ਦੇ ਵਿੱਚ ਅਗਰ ਐਰਰ ਹੈ। ਇਸੇ ਤਰ੍ਹਾਂ ਅਗਰ ਔਡ ਦਾ ਕੇਸ ਲਈਏ, ਔਡ ਪੈਰਿਟੀ, ਤਾਂ ਆਪਾਂ ਔਡ ਪੈਰਿਟੀ ਵੀ ਐਡ ਕਰ ਸਕਦੇ ਹਾਂ। ਔਡ ਪੈਰਿਟੀ ਕਿੱਦਾਂ ਐਡ ਕਰਾਂਗੇ? ਮੰਨ ਲਓ ਕਿ ਏ ਸਾਈਡ ਨੇ ਮੈਸੇਜ ਭੇਜਣਾ 0001 ਔਰ ਆਪਾਂ ਚਾਹੁੰਦੇ ਹਾਂ ਕਿ ਬੀ ਸਾਈਡ ਨੂੰ ਜਦੋਂ ਮਿਲੇ ਮੈਸੇਜ ਉਹਨੂੰ ਪਤਾ ਲੱਗ ਜਾਏ, ਡਿਟੈਕਟ ਹੋ ਜਾਏ ਕਿ ਕਰੈਕਟ ਹੈ ਜਾਂ ਨਹੀਂ ਹੈ। ਔਰ ਅਸੀਂ ਅਸਿਊਮ ਕਰ ਰਹੇ ਹਾਂ ਕਿ ਸਿੰਗਲ ਬਿਟ ਹੀ ਐਰਰ ਹੋਏਗੀ, ਜੇ ਹੋਏਗੀ ਨੈਟਵਰਕ ਦੇ ਵਿੱਚ। ਜ਼ਿਆਦਾ ਵੀ ਹੋ ਸਕਦੀਆਂ, ਪਰ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਸਿੰਗਲ ਬਿਟ ਦਾ, ਕਿ ਵੱਧ ਤੋਂ ਵੱਧ ਇੱਕ ਬਿਟ ਹੀ ਹੈ, ਇਹਨਾਂ 'ਚੋਂ ਕੋਈ ਇੱਕ ਖਰਾਬ ਹੋ ਸਕਦੀ ਹੈ, ਹਾਲਾਂਕਿ ਜ਼ਿਆਦਾ ਵੀ ਹੋ ਸਕਦੀਆਂ। ਤੋ ਆਪਾਂ ਕੀ ਕਰਦਾ, ਆਪਾਂ ਪੈਰਿਟੀ ਬਿਟਸ ਐਡ ਕਰਕੇ ਭੇਜਾਂਗੇ। ਪੈਰਿਟੀ ਬਿਟਸ ਐਡ ਕਰਕੇ ਆਪਾਂ ਇਸ ਟਾਈਮ 'ਤੇ ਐਗਜ਼ਾਮਪਲ ਦੇਖ ਰਹੇ ਹਾਂ ਔਡ ਪੈਰਿਟੀ ਦਾ, ਕਿ ਔਡ ਪੈਰਿਟੀ ਕਿੱਦਾਂ। ਔਡ ਪੈਰਿਟੀ 'ਚ ਇਹ ਹੋਏਗਾ ਕਿ ਜਿਹੜਾ ਆਪਾਂ ਇਨਫੋਰਮੇਸ਼ਨ ਭੇਜ ਰਹੇ ਹਾਂ ਉਹ 'ਚ ਟੋਟਲ ਨੰਬਰ ਆਫ 1 ਜਿਹੜੀਆਂ ਔਡ ਹੋਣੇ ਚਾਹੀਦੇ ਆ। ਤਾਂ ਆਲਰੇਡੀ ਇਹਦੇ 'ਚ ਕਿੰਨੇ 1 ਹੈ? ਸਿੰਗਲ ਇੱਕੋ ਹੀ ਹੈ, 1 ਔਡ ਹੁੰਦਾ। ਤਾਂ ਆਲਰੇਡੀ ਇਹਦੇ ਵਿੱਚ ਔਡ ਪੈਰਿਟੀ ਹੈ, ਤਾਂ ਆਪਾਂ ਇੱਕ 0 ਐਡ ਕਰ ਦਾਂਗੇ। ਉਹ ਤੁਸੀਂ ਸ਼ੁਰੂ 'ਚ ਵੀ ਕਰ ਸਕਦੇ ਹੋ, ਅਖੀਰ 'ਚ ਵੀ ਕਰ ਸਕਦੇ ਹੋ, ਮੈਂ ਅਖੀਰ 'ਚ ਕਰ ਦਿੰਦਾ। ਤਾਂ ਫਾਈਨਲੀ ਜਿਹੜਾ ਪੈਰਿਟੀ ਐਡ ਕਰਨ ਤੋਂ ਬਾਅਦ ਮੇਰਾ ਮੈਸੇਜ, ਜਿਹੜਾ ਮੇਰਾ ਇਨਫੋਰਮੇਸ਼ਨ ਬਣੀ ਹੈ ਉਹ ਹੈਗੀ 0010। ਤਾਂ ਆਪਾਂ 0 ਕਿਉਂ ਐਡ ਕੀਤਾ? ਤਾਂ ਕਿ ਮੈਨੂੰ ਪਤਾ ਲੱਗ ਜਾਏ ਅਗਰ ਐਰਰ ਹੁੰਦੀ ਹੈ ਜਾਂ ਨਹੀਂ ਹੁੰਦੀ, ਬੀ ਵਾਲੀ ਸਾਈਡ 'ਤੇ ਜਾ ਕੇ ਮੈਂ ਚੈੱਕ ਕਰ ਸਕਾਂਗਾ। ਔਰ 0 ਇਸ ਕਰਕੇ ਕੀਤਾ ਕਿਉਂਕਿ ਆਪਾਂ ਟੋਟਲ ਨੰਬਰ ਆਫ 1 ਜਿਹੜੇ ਸੀ ਇਹਦੇ 'ਚ ਔਡ ਹੀ ਰੱਖਣੇ ਸੀ। ਜੇ ਮੈਂ ਇੱਥੇ 1 ਐਡ ਕਰ ਦਿੰਦਾ ਤਾਂ ਫਿਰ ਉਹ ਈਵਨ ਪੈਰਿਟੀ ਹੋ ਜਾਣਾ ਸੀ, ਜਿੱਦਾਂ ਕਿ ਆਪਾਂ ਇੱਥੇ ਬਣਾ ਚੁੱਕੇ ਈਵਨ ਪੈਰਿਟੀ। ਤਾਂ ਇਹ ਸੈਂਡ ਕੀਤੀ, ਬੀ ਨੂੰ ਮਿਲੀ, ਬੀ ਨੂੰ ਮੰਨ ਲਓ ਰਿਸੀਵ ਜਿਹੜੀ ਹੋਈ ਉਹ ਹੋਈ ਮੰਨ ਲਓ ਕਿ ਸੈਕਿੰਡ ਪੋਜੀਸ਼ਨ 'ਤੇ ਬਿਟ ਜਿਹੜੀ ਸੀ ਉਹ ਰਿਵਰਸ ਹੋ ਗਈ ਡਿਊ ਟੂ ਸਮ ਨੋਇਸ ਔਰ ਡਿਊ ਟੂ ਸਮ ਹਾਰਡਵੇਅਰ ਇਸ਼ੂ। ਤਾਂ ਬੀ ਨੂੰ ਮਿਲਿਆ 01010। ਹੁਣ ਬੀ ਕੀ ਕਰੇਗਾ? ਚੈੱਕ ਕਰੇਗਾ। ਬੀ ਕੀ ਚੈੱਕ ਕਰੇਗਾ? ਕਾਊਂਟ ਕਰੇਗਾ ਟੋਟਲ ਨੰਬਰ ਆਫ 1s ਕਿੰਨੀ ਹੈ। ਉਹਨੂੰ ਪਤਾ ਹੈ ਕਿ ਏ ਨੇ ਔਡ ਪੈਰਿਟੀ ਰੱਖੀ ਸੀ, ਟੋਟਲ ਨੰਬਰ ਆਫ 1s ਔਡ ਹੋਣੇ ਚਾਹੀਦੇ ਹੈ, ਲੇਕਿਨ ਉਹਨੇ ਦੇਖਣਾ ਕਾਊਂਟ ਕਰਕੇ ਇੱਥੇ ਤਾਂ ਈਵਨ ਹੈ, ਇੱਥੇ ਤਾਂ 2 1 ਹੈ। ਇਹਦਾ ਮਤਲਬ ਉਹਨੂੰ ਪਤਾ ਲੱਗ ਜਾਏਗਾ ਕਿ ਐਰਰ ਜਿਹੜਾ ਇਨਫੋਰਮੇਸ਼ਨ ਦੇ ਵਿੱਚ ਐਰਰ ਆਈ ਹੈ। ਤਾਂ ਇਸ ਤਰ੍ਹਾਂ ਉਹ ਪਤਾ ਕਰ ਸਕਦਾ। ਫਿਰ ਉਹ ਇਸ ਮੈਸੇਜ ਨੂੰ ਡਿਸਕਾਰਡ ਕਰ ਸਕਦਾ ਕਿ ਇਹ ਯੂਜ਼ਲੈਸ ਹੈਗਾ, ਇਹ 'ਚ ਕੋਈ ਹੁਣ ਉਹਨੂੰ ਇਹ ਨਹੀਂ ਪਤਾ ਕਿ ਉਹਨੂੰ ਬੀ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਇਹਦੇ 'ਚ ਐਰਰ ਹੈਗੀ ਹੈ, ਲੇਕਿਨ ਕਿਹੜੀ ਬਿਟ ਐਰਰ ਵਾਲੀ ਹੈਗੀ ਹੈ ਉਹ ਹਾਲੇ ਇਹ ਪਤਾ ਨਹੀਂ ਕਰ ਸਕਦਾ। ਤਾਂ ਆਪਾਂ ਉਹੀ ਪਤਾ ਕਰਾਉਣਾ ਹੁਣ, ਔਰ ਉਹ ਪਤਾ ਕਿੱਦਾਂ ਕਰਵਾਉਣਾ? ਹੈਮਿੰਗ ਕੋਡ ਦੇ ਨਾਲ, ਕਿ ਕਿਹੜੀ ਬਿਟ ਹੈ ਇਹਨਾਂ 'ਚੋਂ, ਕਿ ਪਹਿਲੀ ਬਿਟ ਗੜਬੜ ਹੋਈ ਹੈ ਕਿ ਦੂਜੀ। ਉਹਨੂੰ ਬੀ ਨੂੰ ਇੰਨਾ ਪਤਾ ਲੱਗ ਗਿਆ ਕਿ ਪੈਰਿਟੀ ਇਹਦੇ 'ਚ ਆਪਾਂ ਔਡ ਪੈਰਿਟੀ ਯੂਜ਼ ਕੀਤੀ ਸੀ, ਟੋਟਲ ਨੰਬਰ ਆਫ 1s ਜਿਹੜੇ ਈਵਨ ਹੈਗੇ ਆ, ਔਡ ਹੋਣੇ ਚਾਹੀਦੇ ਸੀ। ਇਹਦਾ ਮਤਲਬ ਕੋਈ ਇੱਕ ਬਿਟ ਖਰਾਬ ਹੋਈ ਹੈ, ਉਹ ਕਿਹੜੀ ਹੋਈ ਹੈ ਉਹ ਪਤਾ ਕਰਨਾ ਸੀ। ਉਹਦੇ ਵਾਸਤੇ ਹੁਣ ਆਪਾਂ ਟੌਪਿਕ 'ਤੇ ਆਈਏ, ਹੈਮਿੰਗ ਕੋਡ। ਹੈਮਿੰਗ ਕੋਡ ਕੀ ਹੈ? ਪਹਿਲੀ ਚੀਜ਼ ਤੇ ਹੈਮਿੰਗ ਕੋਡ ਇਹ ਹੈਗੀ ਹੈ 1 ਬਿਟ ਐਰਰ ਕਰੈਕਸ਼ਨ ਕੋਡ ਹੈ। ਸੀ ਇਹ ਕੀ ਲਿਖਿਆ ਮੈਂ? CORRECTION, ਐਰਰ ਕਰੈਕਸ਼ਨ। ਮਤਲਬ ਇੱਕ ਬਿਟ ਤਾਂ ਆਪਾਂ ਲੈ ਰਹੇ ਹਾਂ ਕਿਉਂਕਿ ਇਹ ਵਾਲੇ ਹੈਮਿੰਗ ਕੋਡ ਦੇ ਵਿੱਚ ਸਿੰਗਲ ਬਿਟ ਐਰਰ ਹੋਏਗੀ ਤਾਂ ਹੀ
ਡਿਟੈਕਟ ਤੇ ਕਰੈਕਟ ਹੋਏਗਾ, ਇੱਕ ਤੋਂ ਜ਼ਿਆਦਾ ਐਰਰ ਹੋ ਜਾਣ ਤੇ ਫੇਰ ਨਹੀਂ ਹੈ, ਫੇਰ ਪਤਾ ਨਹੀਂ ਲੱਗੇਗਾ ਕਿ ਕਿੰਨੀਆਂ ਐਰਰ ਹੈਗੀਆਂ। ਆਪਾਂ ਨੂੰ ਹੋ ਸਕਦਾ ਇਹ ਪਤਾ ਲੱਗੇ ਕਿ ਜਿਹੜੀ ਇਨਫੋਰਮੇਸ਼ਨ ਪਹੁੰਚੀ ਉਹ ਕਰੈਕਟ ਹੀ ਹੈ। अगर एक तो ज़्यादा बिट एरर आ गई तो हो सकता है पता ही ना चले कि एरर भी हुई है या नहीं। तो सिर्फ सिंगल बिट तक है वर्क करता है हैमिंग कोड, और सिंगल बिट ही ਜਿਹੜਾ ਆਪਣੇ ਰੀਅਲ ਵਰਲਡ ਦੇ ਵਿੱਚ, ਜਿਹੜਾ ਨੈਟਵਰਕ ਦੇ ਵਿੱਚ ਮੋਸਟਲੀ ਸਿੰਗਲ ਬਿਟ ਹੀ ਐਰਰ ਆਉਂਦੀ ਹੈ। ਤਾਂ ਆਪਾਂ ਉਹਦੇ ਵਾਸਤੇ ਕੋਡ ਬਣਾਇਆ। ਇਹਦੇ ਵਿੱਚ ਆਪਾਂ ਕਰਾਂਗੇ ਕਿ ਮੰਨ ਲਓ ਕਿ ਆਪਾਂ m ਬਿਟਸ ਹੈ, m ਆਪਾਂ ਸੈਂਡ ਕਰਨੀ ਹੈ m ਬਿਟਸ, ਠੀਕ ਹੈ ਨਾ। m ਬਿਟਸ ਸੈਂਡ ਕਰਨੀ ਹੈ। m ਕੁਛ ਵੀ ਹੋ ਸਕਦਾ, 1 2 3 4 5 6 ਜੋ ਮਰਜ਼ੀ ਹੋਵੇ। ਜਨਰਲ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ m ਬਿਟਸ ਸੈਂਡ ਕਰਨੀਆਂ ਨੇ। ਜਿੱਦਾਂ ਫੋਰ ਐਗਜ਼ਾਮਪਲ ਇੱਥੇ ਆਪਾਂ a ਨੇ ਭੇਜਣਾ ਸੀ ਮੈਸੇਜ 0001, ਇਹਦੇ ਵਿੱਚ m ਕਿੰਨਾ ਸੀ, 4 ਸੀ, 4 ਬਿਟਸ ਸੀਗੇ, ਹੈ ਨਾ। ਤਾਂ m ਦੀ ਵੈਲਿਊ ਇੱਥੇ 4 ਸੀ। ਅਤੇ ਇੱਥੇ ਆਪਾਂ ਜਨਰਲ ਗੱਲ ਕਰ ਰਹੇ ਹਾਂ, m ਬਿਟਸ ਨੇ। ਔਰ ਇਹਨਾਂ m ਬਿਟਸ ਦੇ ਵਿੱਚ ਆਪਾਂ ਹੁਣ ਤੀਸਰੀ ਗੱਲ ਕੀ ਕਰਨੀ ਹੈ, m ਬਿਟਸ ਦੇ ਵਿੱਚ ਆਪਾਂ ਐਡ ਕਰਨੀ ਹੈ ਪੈਰਿਟੀ। ਤਾਂ ਪੈਰਿਟੀ ਆਪਾਂ ਪੈਰਿਟੀ ਬਿਟਸ ਐਕਸਟਰਾ ਬਿਟ ਆਪਾਂ ਐਡ ਕਰਾਂਗੇ ਇਹਦੇ 'ਚ। ਜਿੱਦਾਂ ਫੋਰ ਐਗਜ਼ਾਮਪਲ ਆਪਾਂ ਇਹ ਵਾਲੇ ਕੇਸ ਦੇ ਵਿੱਚ 0001 ਭੇਜਣਾ ਸੀ, ਇੱਕ ਐਕਸਟਰਾ ਬਿਟ ਐਡ ਕੀਤਾ ਜਿਹਨੂੰ ਆਪਾਂ ਪੈਰਿਟੀ ਕਹਿ ਰਹੇ ਹਾਂ। ਉਹ ਈਵਨ ਪੈਰਿਟੀ ਬਣਾਉਣਾ ਹੈ ਕਿ ਔਡ ਪੈਰਿਟੀ ਬਣਾਉਣਾ ਦੂਸਰੀ ਗੱਲ ਹੈ, ਪਰ ਆਪਾਂ ਐਡ ਕੀਤਾ ਇੱਕ ਐਕਸਟਰਾ ਬਿਟ। ਤਾਂ ਹੈਮਿੰਗ ਕੋਡ ਦੇ ਵਿੱਚ ਵੀ ਆਪਾਂ ਕੀ ਕਰਾਂਗੇ, ਆਪਾਂ ਇੱਕ m ਬਿਟਸ ਮੈਨੂੰ ਹੈਗੀਆਂ ਜਿਹੜੀਆਂ ਮੈਂ ਭੇਜਣੀਆਂ, ਔਰ ਆਪਾਂ ਇੱਕ ਐਕਸਟਰਾ ਬਿਟ ਪੈਰਿਟੀ, ਇੱਕ ਤੇ ਨਹੀਂ ਪੈਰਿਟੀ ਬਿਟਸ ਆਪਾਂ ਐਡ ਕਰਾਂਗੇ। ਇੱਕ ਕਰਾਂਗੇ, ਦੋ ਕਰਾਂਗੇ, ਆਪਾਂ ਦੇਖਦੇ ਹਾਂ ਕਿੰਨੀਆਂ ਬਿਟਸ ਐਡ ਕਰਨੀਆਂ। ਉਹ ਐਡ ਕਰਕੇ ਫਿਰ ਆਪਾਂ ਮੈਸੇਜ ਸੈਂਡ ਕਰਾਂਗੇ। ਤੋ ਜੇ ਆਪਾਂ ਜ਼ਿਊਮ ਕਰ ਲੈਂਦੇ ਹਾਂ, ਆਪਾਂ ਕਿੰਨੀਆਂ ਪੈਰਿਟੀ ਬਿਟਸ ਐਡ ਕੀਤੀਆਂ, p ਇੱਕ ਵੀ ਹੋ ਸਕਦਾ, 2 ਵੀ ਹੋ ਸਕਦਾ, 3 ਵੀ ਹੋ ਸਕਦਾ। ਤੋ ਆਪਾਂ ਵੈਸੇ ਲਿਖ ਲੈਂਦੇ ਹਾਂ p ਬਿਟਸ ਆਪਾਂ ਐਡ ਕੀਤੀਆਂ, m ਆਪਾਂ ਸੈਂਡ ਕਰਨੀਆਂ ਸੀ। p ਦਾ ਕੰਮ ਕੀ ਹੈ, ਡਿਟੈਕਟ ਕਰਨ ਵਾਸਤੇ ਕਿ ਕਿੱਥੇ ਗਲਤੀ ਹੋਈ ਹੈ। ਤੋ p ਬਿਟਸ ਐਡ ਕਰਨ ਦਾ ਮਕਸਦ ਸਾਨੂੰ ਪਤਾ ਹੋਣਾ ਚਾਹੀਦਾ ਕਿ ਐਵੇਂ ਨਹੀਂ ਆਪਾਂ ਐਡ ਕਰ ਰਹੇ, ਉਹਨਾਂ ਦਾ ਰੋਲ ਹੈਗਾ। ਰੋਲ ਕੀ ਹੈ, ਪਤਾ ਕਰਕੇ ਦੱਸਣਗੀਆਂ ਅਗਰ ਕੋਈ ਐਰਰ ਹੋਈ ਹੈ, ਅਗਰ ਹੋਈ ਹੈ ਉਹ ਦੱਸੇ ਕਿੱਥੇ ਹੋਈ ਹੈ, ਪਹਿਲੀ ਪੋਜੀਸ਼ਨ 'ਤੇ ਗਲਤੀ ਹੋਈ ਹੈ। ਫੋਰ ਐਗਜ਼ਾਮਪਲ ਇੱਥੇ ਕੀ ਸੀਗਾ, ਇੱਥੇ ਆਪਾਂ ਭੇਜਿਆ ਕੀ ਸੀਗਾ 0010, ਗਲਤੀ ਜਿਹੜੀ ਨੈਟਵਰਕ ਦੇ ਵਿੱਚ ਜਾ ਕੇ ਜਿਹੜਾ ਸੈਕਿੰਡ ਜ਼ੀਰੋ ਸੀਗਾ, ਇਹ ਵਾਲਾ ਸੈਕਿੰਡ ਜ਼ੀਰੋ, ਉਹ 1 ਬਣ ਗਿਆ ਸੀਗਾ। ਤਾਂ ਮੈਨੂੰ ਐਟ ਦੀ ਐਂਡ ਆਫ ਦੀ ਡੇ ਮੈਨੂੰ ਇਹ ਪਤਾ ਲੱਗਣਾ ਚਾਹੀਦਾ, ਹੈਮਿੰਗ ਕੋਡ ਮੈਨੂੰ ਇਹ ਦੱਸੇਗਾ ਕਿ ਪਹਿਲੀ ਪੋਜੀਸ਼ਨ 'ਤੇ ਐਰਰ ਆਈ ਹੈ, ਦੂਸਰੀ 'ਤੇ ਐਰਰ ਆਈ ਹੈ, ਤੀਸਰੀ 'ਤੇ ਆਈ ਹੈ, ਚੌਥੀ 'ਤੇ ਆਈ ਹੈ ਕਿ ਪੰਜਵੀਂ 'ਤੇ ਐਰਰ ਆਈ ਹੈ। ਤਾਂ ਉਹ ਕੌਣ ਦੱਸੇਗਾ, ਉਹ ਦੱਸਣਗੇ ਪੈਰਿਟੀ ਬਿਟਸ। ਪੈਰਿਟੀ ਬਿਟਸ ਦਾ ਕੰਮ ਹੈ ਕਿ ਉਹ ਪਤਾ ਕਰਕੇ ਦੱਸਣ, ਆਪਾਂ ਉਹਨਾਂ ਦਾ ਯੂਜ਼ ਕਰਾਂਗੇ। ਤੋ ਕਿੰਨੀ, ਫਿਰ ਨੈਕਸਟ ਸਵਾਲ ਆਉਂਦਾ ਕਿ ਕਿੰਨੀਆਂ ਪੈਰਿਟੀ ਬਿਟਸ ਐਡ ਕਰਨੀਆਂ ਆਪਾਂ, ਇੱਕ ਕਰਨੀ ਕਿ ਦੋ ਕਰਨੀ ਕਿ ਚਾਰ ਕਰਨੀ ਹੈ। ਉਹ ਆਪਾਂ ਉਹਦੇ ਵਾਸਤੇ ਆਪਾਂ ਇੱਕ ਫਾਰਮੂਲਾ ਹੈਗਾ ਕਿ ਆਪਾਂ ਧਿਆਨ 'ਚ ਰੱਖਣਾ ਹੈ ਕਿ 2 ਦੀ ਪਾਵਰ p, ਠੀਕ ਹੈ, ਮੋਰ ਦੈਨ 2 ਦੀ ਪਾਵਰ p greater than equal to m plus p plus 1, m plus p plus 1 ਕਰੀਏ ਇਹਨੂੰ ਵੀ ਲਿਖ ਦਈਏ ਕਲੀਅਰਲੀ। ਤੋ ਆਪਾਂ ਇਹ ਵਾਲਾ ਜਿਹੜਾ ਫਾਰਮੂਲਾ ਹੈ ਉਹਦੇ ਹਿਸਾਬ ਨਾਲ ਆਪਾਂ ਚੱਲਣਾ। ਮੰਨ ਲਓ ਪੰਜਵਾਂ ਪੁਆਇੰਟ, ਮੰਨ ਲਓ ਕਿ m ਜਿਹੜਾ ਸੀਗਾ, ਇਹ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਕਿ ਆਪਾਂ ਕਿੰਨੀਆਂ ਬਿਟਸ ਐਡ ਕਰਨੀਆਂ। ਮੰਨ ਲਓ ਕਿ ਆਪਣਾ ਐਗਜ਼ਾਮਪਲ ਹੈਗਾ, ਜਿਹੜੀ m ਦੀ ਵੈਲਿਊ ਸੀ ਉਹ ਸੀਗੀ 4, ਠੀਕ ਹੈ ਨਾ।
ਇੱਥੇ ਜਿਹੜਾ ਆਪਾਂ ਸੈਕਿੰਡ ਪੁਆਇੰਟ ਦੀ ਗੱਲ ਕਰੀਏ, ਮੰਨ ਲਓ ਕਿ m ਦੀ ਵੈਲਿਊ ਹੈਗੀ 4। ਹੁਣ m ਦੀ ਵੈਲਿਊ 4 ਹੈ ਤੇ ਕਿੰਨੀਆਂ ਪੈਰਿਟੀ ਬਿਟਸ ਐਡ ਕਰੀਏ ਇਹਦੇ ਵਿੱਚ, ਉਹ ਆਪਾਂ ਨੂੰ ਕਿੱਦਾਂ ਪਤਾ ਲੱਗੇਗਾ? ਉਹ ਪਤਾ ਲੱਗੇਗਾ ਇਹ ਇਸ ਫਾਰਮੂਲੇ ਦੇ ਥਰੂ, ਜਿਹੜਾ ਆਪਾਂ ਹੁਣ ਲਿਖਿਆ ਵਾ। ਆਪਾਂ ਲਿਖਾਂਗੇ 2 ਦੀ ਪਾਵਰ p ਮੋਰ ਦੈਨ ਇਕੁਅਲ ਟੂ m ਦੀ ਵੈਲਿਊ ਕਿੰਨੀ ਹੈ 4, 4 ਪਲੱਸ 1 5, 5 ਪਲੱਸ p, 5 ਪਲੱਸ p। ਹੁਣ ਤੁਸੀਂ p ਦੀ ਵੈਲਿਊ ਸੋਚਣੀ ਹੈ ਤਾਂ ਕਿ 2 ਦੀ ਪਾਵਰ p ਕਰੀਏ ਉਹ ਵੱਡਾ ਹੋਣਾ ਚਾਹੀਦਾ 5 ਪਲੱਸ p ਨਾਲ। ਤੁਸੀਂ ਚੈੱਕ ਕਰੋ, ਅਗਰ ਇੱਥੇ ਤੁਸੀਂ p ਦੀ ਵੈਲਿਊ ਲਓ 1 ਤਾਂ ਕੀ ਹੋ ਜਾਏਗਾ 2 ਦੀ ਪਾਵਰ 1 ਮੋਰ ਦੈਨ 5 ਪਲੱਸ 1 6। ਕੀ ਹੈ ਹੁੰਦਾ? ਨਹੀਂ ਹੁੰਦਾ। 2 ਇਜ਼ ਨਾਟ ਮੋਰ ਦੈਨ 6, ਇਹਦਾ ਮਤਲਬ 1 ਨਹੀਂ ਲੈ ਸਕਦੇ। ਅਗਰ ਤੁਸੀਂ p ਦੀ ਵੈਲਿਊ 2 ਲਓ ਤਾਂ ਉਹ ਬਣੇਗਾ 2 ਦੀ ਪਾਵਰ 2 ਮੋਰ ਦੈਨ 5 ਪਲੱਸ 2 7। तो 2 ਦੀ ਪਾਵਰ 2 ਕੀ ਹੁੰਦਾ 4। ਕੀ 4 ਮੋਰ ਦੈਨ 7 ਹੈ? ਨਹੀਂ, तो ਇਹ ਵੀ ਨਹੀਂ ਚੱਲੇਗਾ। ਅਗਰ p ਦੀ ਵੈਲਿਊ 3 ਲਓ तो ਕੀ ਬਣੇਗਾ 2 ਦੀ ਪਾਵਰ 3 ਮੋਰ ਦੈਨ 5 ਪਲੱਸ 3 8। तो 2 ਦੀ ਪਾਵਰ 3 ਕਿੰਨਾ ਹੁੰਦਾ 8। 8 ਇਜ਼ ਮੋਰ ਦੈਨ ਇਕੁਅਲ ਟੂ 8। ਇਹ ਕੇਸ ਟਰੂ ਹੈ। तो ਇੱਥੋਂ ਸਾਨੂੰ ਮਿਲੇਗਾ p ਦੀ ਵੈਲਿਊ ਕਿੰਨੀ ਹੈ 3। तो ਆਪਾਂ ਸਭ ਤੋਂ ਛੋਟੀ ਵੈਲਿਊ ਲੈਣੀ ਹੈ ਜਿਹੜੀ ਕਿ ਇਕੁਏਸ਼ਨ ਨੂੰ ਸੈਟਿਸਫਾਈ ਕਰਦੀ ਹੋਵੇ। तो 3 ਤੇ ਆ ਕੇ ਆਪਾਂ ਦੇਖਿਆ ਇੱਧਰ ਵੀ 8 ਹੈ, ਇੱਧਰ ਵੀ 8 ਹੈ, ਔਰ ਇਹ ਗ੍ਰੇਟਰ ਦੈਨ ਇਕੁਅਲ ਟੂ ਹੈ, ਇਕੁਅਲ ਟੂ ਹੈ। ਇਸ ਕਰਕੇ ਆਪਾਂ ਇਕੁਅਲ ਸਾਈਨ ਵੀ ਹੈ ਨਾ ਵਿੱਚ, ਇਸ ਕਰਕੇ ਆਪਾਂ p ਦੀ ਵੈਲਿਊ 3 ਲੈ ਸਕਦੇ ਹਾਂ। 2 ਨਹੀਂ ਲੈ ਸਕਦੇ ਕਿਉਂਕਿ ਇਹ ਸੈਟਿਸਫਾਈ ਨਹੀਂ ਹੋ ਰਹੀ। 1 ਨਹੀਂ ਲੈ ਸਕਦੇ ਕਿਉਂਕਿ ਇਹ ਵੀ ਸੈਟਿਸਫਾਈ ਨਹੀਂ ਹੋ ਰਹੀ। ਤਾਂ ਆਪਾਂ 3 ਨੂੰ ਲੈ ਲਿਆ। ਤਾਂ ਆਪਾਂ ਕੀ, ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਹੋਇਆ ਕਿ ਆਪਾਂ ਅਗਰ m ਦੀ ਵੈਲਿਊ 4 ਹੈ ਤੇ ਆਪਾਂ ਨੂੰ 3 ਪੈਰਿਟੀ ਬਿਟਸ ਐਡ ਕਰਨੀਆਂ ਪੈਣਗੀਆਂ ਅਗਰ ਆਪਾਂ ਐਰਰ ਕਰੈਕਟ ਵੀ ਕਰਨਾ ਹੈ ਤੇ ਡਿਟੈਕਟ ਵੀ ਕਰਨਾ ਹੈ। ਤੋ ਇਹ ਜਿਹੜਾ ਐਸੇ ਤੋਂ ਅੱਗੇ ਆਪਾਂ ਇੱਕ ਕੁਐਸਚਨ ਹੀ ਲੈ ਲੈਂਦੇ ਹਾਂ ਜਿਹੜਾ ਆਪਾਂ ਹੈਮਿੰਗ ਕੋਡ ਉੱਤੇ ਸੋਲਵ ਕਰਦੇ ਹਾਂ। ਕੇਸ ਹੈਗਾ ਕਿ m 4 ਹੈ p 3 ਹੈ। m ਵੀ ਤੁਹਾਨੂੰ ਮੈਂ ਦੱਸ ਹੀ ਦਿੰਦਾ m ਕੀ ਹੈ। ਮੰਨ ਲਓ ਕਿ m ਹੈਗਾ 0 1 0 1। ਇਹ ਆਪਾਂ ਸੈਂਡ ਕਰਨਾ ਹੈ, ਇਹ ਮੈਸੇਜ ਹੈ ਮੇਰਾ। ਔਰ ਇੱਥੇ m ਦੀ ਵੈਲਿਊ ਕਿੰਨੀ ਹੈ? m ਦੀ ਵੈਲਿਊ ਹੈਗੀ ਹੈ 4। 4 ਮਤਲਬ ਕਿ ਇੱਥੇ 4 ਬਿੱਟਾਂ ਹੈਗੀਆਂ ਸਾਡੇ ਮੈਸੇਜ ਦੇ ਵਿੱਚ। ਔਰ ਆਪਾਂ ਹੈਮਿੰਗ ਕੋਡ 'ਚ ਹੁਣੇ ਇਸ ਫਾਰਮੂਲੇ ਦੇ ਥਰੂ ਆਪਾਂ ਪਤਾ ਕਰਾਇਆ ਕਿ ਅਗਰ m ਦੀ ਵੈਲਿਊ 4 ਹੋਵੇ ਤਾਂ ਮੈਨੂੰ p ਦੀ ਵੈਲਿਊ ਕਿੰਨੀ ਚਾਹੀਦੀ ਹੈ 3। 3 ਮੈਂ ਐਕਸਟਰਾ ਪਾਵਾਂਗਾ ਇਹਦੇ ਵਿੱਚ, 3 ਬਿੱਟਾਂ। ਹੁਣ ਹੈਮਿੰਗ ਕੋਡ ਕਹਿੰਦਾ ਕਿ ਇਹ ਜਿਹੜੀਆਂ 3 ਬਿੱਟਾਂ ਪਾਉਣੀਆਂ ਉਹਨਾਂ ਦੀ ਇੱਕ ਪੋਜੀਸ਼ਨ ਹੈ। ਉਹ ਪੋਜੀਸ਼ਨ ਕੀ ਹੈ ਉਹ ਆਪਾਂ ਦੇਖਣੀ ਹੈ ਕਿ ਆਪਾਂ ਜਿਹੜਾ ਆਪਾਂ ਸੈਂਡ ਕਰਨਾ, ਮੰਨ ਲਓ ਕਿ ਇੱਥੇ ਆਪਾਂ A ਸਾਈਡ ਹੈ, ਇੱਥੇ B ਸਾਈਡ ਹੈ। A ਸਾਈਡ ਮੈਸੇਜ ਸੈਂਡ ਕਰੇਗੀ। ਹੁਣ ਉਹਦੇ ਵਿੱਚ ਕੀ ਕੀ ਹੋਏਗਾ? A ਸਾਈਡ ਨੇ B ਸਾਈਡ ਨੂੰ ਆਪਣਾ ਮੈਸੇਜ ਭੇਜਣਾ ਹੈਗਾ। ਔਰ ਮੈਸੇਜ ਕਿਹੜਾ ਸੀਗਾ m, ਉਹ m ਕੀ ਸੀ 0 1 0 1। ਔਰ ਆਪਾਂ p ਦੀ ਵੈਲਿਊ 3 ਕੱਢੀ ਹੈ, 3 ਪੈਰਿਟੀ ਬਿਟਸ ਐਡ ਕਰਨੀ ਹੈ। ਹੁਣ ਦੋਵਾਂ ਨੂੰ ਮਿਲਾ ਕੇ ਕੀ ਬਣੇਗਾ m ਪਲੱਸ p। ਕਿ m ਵੀ ਆ ਜਾਏ, ਪੈਰਿਟੀ ਬਿਟਸ ਵੀ ਆ ਜਾਣ, ਅਤੇ ਉਹ ਆਪਾਂ ਕਿੱਦਾਂ ਭੇਜਾਂਗੇ? ਪੈਰਿਟੀ ਬਿਟਸ ਕਿੱਥੇ ਆਉਣਗੀਆਂ ਕਿ ਸ਼ੁਰੂ 'ਚ ਪਾਉਣੀਆਂ 3 ਬਿੱਟਾਂ ਹੈ ਨਾ। 3 ਬਿੱਟਾਂ ਸ਼ੁਰੂ 'ਚ ਪਾਈਏ ਕਿ 3 ਬਿੱਟਾਂ ਐਂਡ 'ਚ ਪਾਈਏ? ਇਹ ਆਪਾਂ ਦੇਖਣਾ ਕਿ ਮਿਕਸ ਕਰ ਦਈਏ ਇਹਦੇ ਵਿੱਚ। ਉਹ 3 ਬਿੱਟਾਂ ਨੂੰ ਪਾਉਣਾ ਕਿੱਥੇ m ਦੇ ਵਿੱਚ? ਤੋ ਹੈਮਿੰਗ ਕੋਡ ਕਹਿੰਦਾ ਕਿ ਪੋਜੀਸ਼ਨ ਹੈ ਇਹਨਾਂ ਦੀ। ਤੋ ਪੋਜੀਸ਼ਨ ਕੀ ਹੈ ਕਿ ਇਹ ਜਿਹੜੀਆਂ 3 ਬਿੱਟਾਂ ਉਹਨੂੰ ਮੈਂ ਕਹਿ ਦਿੰਦਾ p1 p2 ਅਤੇ p3। ਇਹ B ਵਾਲੀ ਸਾਈਡ ਬਾਅਦ 'ਚੋਂ ਲਵਾਂਗੇ। ਧਿਆਨ 'ਚ ਰੱਖਿਓ ਕਿ B ਵਾਲੀ ਸਾਈਡ ਆਪਾਂ ਬਾਅਦ 'ਚ ਲਵਾਂਗੇ। ਪਹਿਲਾਂ ਆਪਾਂ A ਵਾਲੀ ਸਾਈਡ ਨੂੰ ਦੇਖ ਲਈਏ ਕਿ A ਦੇ ਵਿੱਚ ਆਪਣੇ ਕੋਲ ਆਹ ਮੈਸੇਜ ਸੀ, ਆਹ 3 ਪੈਰਿਟੀ ਬਿੱਟਾਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਨਾਂ ਰੱਖਤਾ P1 P2 ਅਤੇ P3।
ਇਹ P1 P2 P3 ਨੂੰ ਆਪਾਂ M ਦੇ ਵਿੱਚ ਪਾਉਣਾ ਹੈ, ਸ਼ੁਰੂ 'ਚ ਪਾਉਣਾ ਕਿ ਐਂਡ 'ਚ ਪਾਉਣਾ ਜਾਂ ਮਿਕਸ ਕਰਨਾ। ਤਾਂ ਹੈਮਿੰਗ ਕੋਡ ਕਹਿੰਦਾ ਕਿ ਇੱਦਾਂ ਕਰੋ ਕਿ P1 ਪਹਿਲਾਂ ਆ ਜਾਏ, ਫਿਰ P2 ਆ ਜਾਏ, ਠੀਕ ਹੈ। ਔਰ ਜਿਹੜੇ M ਦੇ 4 ਬਿਟਸ ਹੈਗੀਆਂ ਉਹਨਾਂ ਨੂੰ ਮੈਂ ਕਹਿ ਰਿਹਾ, ਉਹਨਾਂ ਨੂੰ ਆਪਾਂ ਨਾਂ ਦੇ ਦਿੱਤੇ ਹੈ M1 M2 ਹੈ ਨਾ, M3 M4। M1 ਕੌਣ ਹੈ? ਪਹਿਲਾ M1 ਹੈ, ਦੂਸਰਾ M2 ਹੈ, ਤੀਸਰਾ M3 ਹੈ, ਚੌਥਾ M4 ਹੈ। ਨਾਂ ਰੱਖੇ ਉਹਨਾਂ ਦੇ ਇੱਦਾਂ ਹੀ P1 P2 P3 ਹੈ, ਤਿੰਨ ਪੈਰਿਟੀ ਬਿੱਟਾਂ ਦੇ। ਤੋਂ ਪਹਿਲਾਂ ਜਿਹੜਾ ਹੁਣ ਮੈਸੇਜ ਬਣਾ ਕੇ ਭੇਜਣਾ ਉਹਦੇ ਵਿੱਚ ਕੌਣ ਕਿੱਥੇ ਹੋਏਗਾ, ਜਿਹੜਾ ਫਾਈਨਲ ਬਣੇਗਾ ਆਪਾਂ ਇੱਧਰ ਲਿਖ ਲੈਂਦੇ ਹਾਂ, ਪਹਿਲਾਂ P1 ਫਿਰ P2, ਫਿਰ ਇਹ ਬੁੱਕ 'ਚ ਵੀ ਦਿੱਤਾ ਤੁਹਾਡੇ ਇਹ ਆਰਡਰ, ਫਿਰ M1 ਫਿਰ P3, ਇੱਕ ਮਿੰਟ ਜਰਾ, M1 ਫਿਰ P3, ਉਸ ਤੋਂ ਬਾਅਦ M2 M3 ਅਤੇ M4, M2 M3 ਅਤੇ M4। ਇਹ ਜਗ੍ਹਾ ਥੋੜ੍ਹੀ ਜਿਹੀ ਘੱਟ ਗਈ ਤਾਂ ਮੈਂ ਕੀ ਕਰਦਾ, ਨੀਚੇ ਲਿਖ ਦਿੰਦਾ ਇੱਥੇ ਕਿ ਜਦੋਂ ਆਪਾਂ ਇਹਨਾਂ ਸਾਰਿਆਂ ਨੂੰ ਕੰਬਾਈਨ ਕਰਨਾ ਤੇ ਕੀ ਬਣਨਾ, P1 P2 M1 P3 M2 M3 ਅਤੇ M4। ਇਹ ਆਪਾਂ ਮੈਸੇਜ ਜਿਹੜਾ ਇਹਦੇ 'ਚ 4 ਬਿੱਟਾਂ M ਦੀਆਂ 3 ਬਿੱਟਾਂ P ਦੀਆਂ ਪਾ ਕੇ ਆਪਾਂ ਇਹਨੂੰ ਸੈਂਡ ਕਰ ਦੇਣਾ, ਠੀਕ ਹੈ। ਤੋ ਆਪਾਂ ਕੀ ਕਰਨਾ ਹੁਣ, ਇੱਕ ਚੀਜ਼ ਇੱਥੇ ਸਮਝਣੀ ਹੈ ਕਿ ਆਪਾਂ ਇਹਦੇ ਵਿੱਚ ਇੱਕ ਹੋਰ ਕਨਸੈਪਟ ਯੂਜ਼ ਕਰਨਾ ਨਾ, ਕਿ ਇਹਨਾਂ ਨੂੰ ਆਪਾਂ ਪੋਜੀਸ਼ਨ ਦੇ ਦੇਣੀ ਹੈ। ਪੋਜੀਸ਼ਨ ਮਤਲਬ ਕਿ ਇਹੀ 1 2 3 4 ਵਾਲੀ, ਕਿ P1 ਹੈਗਾ 1 ਪੋਜੀਸ਼ਨ 'ਤੇ, P2 ਹੈਗਾ 2nd 3rd 4th 5th 6th 7th, ਇਹ 7 ਪੋਜੀਸ਼ਨਾਂ ਨੇ। ਔਰ ਇਹ 7 ਪੋਜੀਸ਼ਨ ਦੇ ਆਪਾਂ ਕੀ ਕਰਨੇ, ਇਹਨਾਂ ਨੂੰ ਇੱਕ ਬਾਈਨਰੀ ਦੇ ਵਿੱਚ ਰਿਪਰਜੈਂਟ ਕਰ ਦੇਣਾ 1 ਤੋਂ 7 ਤੱਕ। ਤੋ P1 ਹੈਗਾ ਫਸਟ ਪੋਜੀਸ਼ਨ 'ਤੇ, P2 ਹੈਗਾ ਸੈਕਿੰਡ 'ਤੇ, M1 ਹੈਗਾ 3rd ਪੋਜੀਸ਼ਨ 'ਤੇ, P3 ਹੈਗਾ 4th 'ਤੇ, M2 5th 'ਤੇ, ਇੱਦਾਂ ਸੋ ਔਨ। ਔਰ ਇਹ 1 2 3 4 5 6 7 ਨੂੰ ਆਪਾਂ ਬਾਈਨਰੀ 'ਚ ਲਿਖਣਾ ਹੋਵੇ ਤਾਂ ਕਿੱਦਾਂ ਲਿਖਾਂਗੇ, ਸਾਨੂੰ ਕਿੰਨੇ ਬਿਟਸ ਚਾਹੀਦੇ ਹੋਣਗੇ? ਅਗਰ ਮੈਂ 7 ਡਿਜਿਟਸ ਨੂੰ ਰਿਪਰਜੈਂਟ ਕਰਨਾ ਚਾਹੁੰਦਾ, ਘੱਟੋ ਘੱਟ ਮੈਨੂੰ 3 ਬਿਟਸ ਤੇ ਚਾਹੀਦੇ 2 ਲਵਾਂਗਾ ਤੇ 7 ਨੰਬਰ ਨਹੀਂ ਰਿਪਰਜੈਂਟ ਹੋ ਸਕਦੇ, 2 ਨਾਲ ਵੱਧ ਤੋਂ ਵੱਧ 4 ਹੋ ਸਕਦੇ ਨੇ। ਤਾਂ ਮੈਨੂੰ 3 ਬਿਟਸ ਚਾਹੀਦੇ ਨੇ ਅਗਰ ਮੈਂ 7 ਨੰਬਰ ਕਰਨੇ ਨੇ। 2 ਦੀ ਪਾਵਰ 3 8 ਹੁੰਦਾ ਹੈ, ਤੋਂ ਆਪਾਂ ਨੂੰ ਯਾਦ ਹੋਣਾ, ਆਪਾਂ ਬਾਈਨਰੀ ਪਿੱਛੇ 6 ਲੈਕਚਰ ਕਰ ਚੁੱਕੇ ਹਾਂ। ਤੋ ਮੈਨੂੰ ਘੱਟੋ ਘੱਟ 3 ਬਿਟਸ ਚਾਹੀਦੇ ਨੇ ਅਗਰ ਮੈਂ 7 ਨੰਬਰਸ ਬਣਾਉਣਾ ਚਾਹੁੰਦਾ ਬਾਈਨਰੀ ਦੇ ਵਿੱਚ। ਤੋ 1 ਬਣੇਗਾ 0 0 1, 2 ਬਣੇਗਾ, ਇਹਨੂੰ ਤੁਸੀਂ ਵੇਟਡ ਕੋਡ ਵਕਨ ਦੇਖੋ ਕਿ ਜੇ ਮੈਂ 2 ਬਣਾਉਣਾ ਚਾਹੁੰਦਾ ਤਾਂ ਮੈਨੂੰ ਸੈਕਿੰਡ ਪੋਜੀਸ਼ਨ 'ਤੇ ਜਿਹੜਾ ਹੈਗਾ ਮੈਨੂੰ 1 ਲਿਖਣਾ ਪਏਗਾ ਤਾਂ 2 ਬਣੇਗਾ। 3 ਕਿੱਦਾਂ ਬਣੇਗਾ 0 1 1, 4 ਕਿੱਦਾਂ ਬਣੇਗਾ 1 0 0, 5 ਬਣੇਗਾ 1 0 1, 6 ਬਣੇਗਾ 1 1 0, 7 ਬਣੇਗਾ 1 1 1। ਤੋ ਇਹਨਾਂ ਨੂੰ ਮੈਂ ਕੀ ਕੀਤਾ, ਪਹਿਲਾਂ ਤਾਂ ਆਰਡਰ 'ਚ ਲਿਖ ਲਿਆ, ਫਿਰ ਉਹਨਾਂ ਨੂੰ ਪੋਜੀਸ਼ਨ ਦੇ ਦਿੱਤੀ 1 ਤੋਂ 7 ਤੱਕ, ਫਿਰ ਉਹ 1 ਨੂੰ ਆਪਾਂ ਉਹਦਾ ਬਾਈਨਰੀ ਨੰਬਰ ਲਿਖ ਲਿਆ, 2 ਦਾ ਬਾਈਨਰੀ ਨੰਬਰ ਲਿਖ ਲਿਆ, 3 ਦਾ ਬਾਈਨਰੀ 'ਚ ਲਿਖ ਲਿਆ, 4 ਦਾ ਬਾਈਨਰੀ 'ਚ ਲਿਖ ਲਿਆ, ਇੱਦਾਂ ਹੀ 6 ਦਾ ਅਤੇ 7 ਦਾ ਵੀ ਬਾਈਨਰੀ ਦੇ ਵਿੱਚ ਆਪਾਂ ਲਿਖ ਰਿਹਾ 1 1 1। ਤੋ ਇਹਨਾਂ ਨੂੰ ਲਿਖਣ ਤੋਂ ਬਾਅਦ ਆਪਾਂ ਇੱਕ ਚੀਜ਼ ਦੇਖਣੀ ਹੈ ਕਿ ਇਹਦੇ ਵਿੱਚ ਗਰੁੱਪਸ ਬਣਨਗੇ, ਕਿ ਜਿਹੜਾ P1 ਹੈਗਾ, P1 ਜਿਹੜਾ ਪੈਰਿਟੀ ਬਿੱਟ ਹੈ ਉਹਦਾ ਕੰਮ ਕੀ ਹੈ, ਚੈੱਕ ਕਰਨਾ। ਚੈੱਕ ਕਿਹਨੂੰ ਕਰਨਾ, ਉਹ ਸਾਰੀ ਪੋਜੀਸ਼ਨਸ ਨੂੰ। ਤਾਂ P1 ਕੁਛ 7 ਚੋਂ 4 ਬਿੱਟਾਂ P1 ਚੈੱਕ ਕਰੇਗਾ। ਅਲਟੀਮੇਟਲੀ ਕੀ ਚਾਹੁੰਦੇ ਆਪਾਂ, ਸਾਨੂੰ ਪਤਾ ਲੱਗ ਜਾਏ ਕਿ ਜਦੋਂ ਮੈਂ P1 ਇਹ ਵਾਲਾ ਮੈਸੇਜ ਭੇਜਾਂਗਾ, ਇਹ ਵਾਲਾ ਮੈਸੇਜ ਜਦੋਂ ਮੈਂ ਸੈਂਡ ਕਰਾਂਗਾ, ਉਹ ਅਲਟੀਮੇਟਲੀ ਜਦੋਂ B ਸਾਈਡ 'ਤੇ ਰਿਸੀਵ ਹੋਏਗਾ ਅਤੇ ਮੈਨੂੰ ਇਹ ਪਤਾ ਲੱਗਣਾ ਚਾਹੀਦਾ ਚੈੱਕ ਕਰਕੇ ਕਿ ਹਾਂ ਵੀ ਗਲਤੀ ਕਿੱਥੇ ਹੈ ਅਗਰ ਹੈਗੀ ਹੈ ਤਾਂ। ਤੋ
ਉਹਦੇ ਵਾਸਤੇ ਆਪਾਂ P1 P2 P3 ਐਡ ਕੀਤੇ। ਹੁਣ P1 ਦਾ ਕੰਮ ਹੋਏਗਾ ਸੱਤਾਂ ਚੋਂ ਕੋਈ 4 ਬਿੱਟਾਂ ਨੂੰ ਚੈੱਕ ਕਰੇਗਾ, P2 ਦੂਸਰੀਆਂ 4 ਬਿੱਟਾਂ ਚੈੱਕ ਕਰੇਗਾ, ਔਰ P3 ਦੂਸਰੀਆਂ 4 ਬਿੱਟਾਂ ਚੈੱਕ ਕਰੇਗਾ। ਮਤਲਬ ਗਰੁੱਪਸ ਬਣਾਏ ਹੋਏ ਆਪਾਂ, ਔਰ P1 ਨੂੰ ਆਪਾਂ ਕਿਹਾ ਗਿਆ ਕਿ ਤੂੰ ਐਨੀ 4 ਪੋਜੀਸ਼ਨਸ ਚੈੱਕ ਕਰਨੀ ਹੈ, P2 ਕੁਛ 4 ਪੋਜੀਸ਼ਨ ਚੈੱਕ ਕਰੇਗਾ। ਸਾਰੇ ਆਪਣਾ ਆਪਣਾ ਚੈੱਕ ਕਰਕੇ ਦੱਸਣਗੇ ਕਿ ਗਲਤੀ ਕਿੱਥੇ ਹੈ। ਹੁਣ ਕੁਐਸਚਨ ਇਹ ਹੈਗਾ ਕਿ P1 ਕਿਹੜੀਆਂ ਪੋਜੀਸ਼ਨ ਚੈੱਕ ਕਰੇਗਾ, ਕੀ ਉਹ ਸੈਕਿੰਡ ਪੋਜੀਸ਼ਨ ਚੈੱਕ ਕਰੇਗਾ, ਥਰਡ ਚੈੱਕ ਕਰੇਗਾ, 4 5 6 7 ਕਿਹੜੀ ਪੋਜੀਸ਼ਨ ਚੈੱਕ ਕਰਨ। ਤਾਂ ਉਹਦੇ ਵਾਸਤੇ ਆਪਾਂ ਨੂੰ ਇਹ ਦੇਖਣਾ ਪਏਗਾ ਕਿ P1 ਦਾ ਅਗਰ ਅਸੀਂ ਪੋਜੀਸ਼ਨ ਦੇਖੀਏ 1 ਹੈ, ਉਹਦਾ ਕੋਡ ਹੈਗਾ 001। ਤਾਂ ਉਹਦੇ ਜਿਹੜਾ ਉਹਦਾ ਥਰਡ ਲੀਸਟ ਸਿਗਨੀਫਿਕੈਂਟ ਡਿਜਿਟ ਹੈ, ਜਿਹੜਾ ਰਾਈਟ ਸਾਈਡ 'ਤੇ ਹੈ ਲੀਸਟ ਸਿਗਨੀਫਿਕੈਂਟ 1, ਉਹ ਜਿੱਥੇ ਜਿੱਥੇ ਲੀਸਟ ਦੇ ਵਿੱਚ 1 ਆ ਰਿਹਾ ਉਹ ਵਾਲੀ ਪੋਜੀਸ਼ਨਸ P1 ਚੈੱਕ ਕਰੇਗਾ, ਉਹ ਹੈਮੀ ਕੋਡ ਦੇ ਹਿਸਾਬ ਨਾਲ। ਮਤਲਬ ਕਿ ਇਹਨਾਂ 7 ਕੋਡਾਂ ਦੇ ਵਿੱਚੋਂ ਜਿਹੜੇ 7 ਕੋਡ ਲਿਖੇ ਆ ਮੈਂ ਬਾਈਨਰੀ ਨੰਬਰ ਇੱਧਰ, ਤੋਂ ਇਹਨਾਂ 7 ਦੇ ਵਿੱਚੋਂ ਇੱਥੇ ਆਪਾਂ ਆ ਗਏ ਹਾਂ, ਜਿਨ੍ਹਾਂ ਕੋਡਸ ਦੇ ਵਿੱਚ ਜਿਨ੍ਹਾਂ ਬਾਈਨਰੀ ਨੰਬਰਸ ਦੇ ਵਿੱਚ ਸਭ ਤੋਂ ਰਾਈਟ ਸਾਈਡ 'ਤੇ 1 ਹੈ, ਯਾਨੀ ਕਿ ਜਿੱਦਾਂ ਕਿ P1 ਦੇ ਇੱਥੇ ਰਾਈਟ ਸਾਈਡ 'ਤੇ 1 ਹੈ, ਫਿਰ 3 ਨੰਬਰ ਪੋਜੀਸ਼ਨ 'ਤੇ ਵੀ ਰਾਈਟ ਸਾਈਡ 'ਤੇ 1 ਹੈ, ਫਿਰ 5 ਨੰਬਰ ਪੋਜੀਸ਼ਨ 'ਤੇ ਵੀ ਰਾਈਟ ਸਾਈਡ 'ਤੇ 1 ਹੈ, ਫਿਰ 7 'ਤੇ ਵੀ 1 ਹੈ। ਤਾਂ ਇਹ 4 ਨੂੰ P1 ਦੇ ਅੰਡਰ ਆ ਜਾਣਗੇ। ਫਿਰ ਤੁਸੀਂ ਦੇਖਣਾ ਕਿ P2 ਦੇ ਅੰਡਰ ਕੌਣ, ਇੱਥੇ ਮੈਂ ਲਿਖ ਹੀ ਲੈਣਾ ਕਿ P1 ਜਿਹੜਾ ਹੈ ਉਹ ਜਿਹੜਾ ਚੈੱਕ ਕਰੇਗਾ, P1 ਵਿਲ ਚੈੱਕ ਕਿਹੜੀ ਪੋਜੀਸ਼ਨ 1 3 5 ਤੇ 7। ਕਿਉਂਕਿ P2 ਹੈਗਾ ਸੈਕਿੰਡ ਪੋਜੀਸ਼ਨ 'ਤੇ। ਸੈਕਿੰਡ ਪੋਜੀਸ਼ਨ ਦਾ ਕੀ ਹੈ ਬਾਈਨਰੀ ਨੰਬਰ 0 1 0। ਇੱਥੇ 1 ਕਿੱਥੇ ਆ ਰਿਹਾ, ਸੈਕਿੰਡ ਪੋਜੀਸ਼ਨ 'ਤੇ ਮਿਡਲ 'ਚ ਆ ਰਿਹਾ। ਹੁਣ ਜਿਨ੍ਹਾਂ ਬਾਈਨਰੀ ਨੰਬਰਸ ਦੇ ਵਿੱਚ ਮਿਡਲ 'ਚ 1 ਆ ਰਿਹਾ ਹੈ ਨਾ, ਮਿਡਲ 'ਚ ਜਿਨ੍ਹਾਂ ਦੇ ਆ ਰਿਹਾ ਉਹਨਾਂ ਨੂੰ P2 ਚੈੱਕ ਕਰੇਗਾ। ਮਿਡਲ ਕਿੱਥੇ ਆ ਰਿਹਾ, ਇੱਕ ਤਾਂ ਸੈਕਿੰਡ 'ਚ ਹੀ ਆ ਰਿਹਾ ਇੱਥੇ, ਔਰ ਉਸ ਤੋਂ ਬਾਅਦ 3 'ਚ ਵੀ ਆ ਰਿਹਾ ਮਿਡਲ 'ਚ, ਫਿਰ ਉਸ ਤੋਂ ਬਾਅਦ 6 'ਤੇ ਆ ਰਿਹਾ, 7 'ਤੇ ਆ ਰਿਹਾ। ਤਾਂ ਮਤਲਬ ਕਿ P2 ਜਿਹੜਾ ਚੈੱਕ ਕਰੇਗਾ 2 3 6 ਤੇ 7, ਕਿਉਂਕਿ ਇਹਨਾਂ ਦੇ ਬਾਈਨਰੀ ਨੰਬਰਸ ਦੇ ਮਿਡਲ ਦੇ ਵਿੱਚ 1 ਆ ਰਿਹਾ। 2 3 6 ਤੇ 7, ਠੀਕ ਹੈ। ਇੱਦਾਂ ਹੀ ਹੁਣ P3 ਦਾ ਕੰਮ ਹੋਏਗਾ। P3 ਕਿਹਨਾਂ ਨੂੰ ਚੈੱਕ ਕਰੇਗਾ, ਇਹ ਚੈੱਕ ਕਿੱਥੇ ਕਰੇਗਾ ਜਾ ਕੇ, B ਵਾਲੀ ਸਾਈਡ 'ਤੇ। P3 ਦੀ ਪੋਜੀਸ਼ਨ ਕੀ ਹੈ 4, ਔਰ ਉਹਦਾ ਬਾਈਨਰੀ ਨੰਬਰ ਕਿੰਨਾ 100। ਇਹਦੇ ਸਭ ਤੋਂ ਲੈਫਟ ਮੋਸਟ ਬਿਟ 'ਤੇ 1 ਹੈ, ਖੱਬੇ ਪਾਸਿਓਂ 1 ਹੈ। ਤਾਂ ਜਿਨ੍ਹਾਂ ਨੰਬਰਸ ਦੇ ਵਿੱਚ ਲੈਫਟ 'ਤੇ 1 ਹੈ ਉਹਨਾਂ ਨੂੰ P3 ਚੈੱਕ ਕਰੇਗਾ। ਤੋ ਇੱਕ ਤੇ 4 ਹੋ ਗਿਆ, ਇੱਕ ਹੈ 5 ਤੇ ਵੀ 1 ਹੈ, 6 ਤੇ ਵੀ 1 ਹੈ, 7 ਤੇ ਵੀ 1 ਹੈ, ਬਾਕੀ ਕਿਸੇ 'ਚ 1 ਨਹੀਂ ਹੈਗਾ ਲੈਫਟ ਸਾਈਡ 'ਤੇ। ਤੋ ਇਸ ਕਰਕੇ 4 5 6 7 ਚੈੱਕਸ 4 5 6 7, ਠੀਕ ਹੈ। ਉਹ ਆਪਾਂ ਕੀ ਕੀਤਾ, ਸਾਨੂੰ ਦਿੱਤਾ ਸੀ ਮੈਸੇਜ M0101, ਉਹਦੇ ਵਿੱਚ ਆਪਾਂ ਇਹ ਫਾਰਮੂਲਾ ਯੂਜ਼ ਕਰਕੇ ਇਹ ਵਾਲਾ ਆਪਾਂ ਇਹ ਪਤਾ ਲਗਾ ਰਹੇ ਕਿ 3 ਪੈਰਿਟੀ ਬਿਟਸ ਪਾਣੀ ਹੈ, P1 P2 P3। ਫਿਰ ਆਪਾਂ ਨੂੰ ਉਹਨਾਂ ਨੂੰ ਆਰਡਰ 'ਚ ਲਿਖ ਰਿਹਾ, ਉਹਨਾਂ ਦੀ ਪੋਜੀਸ਼ਨ ਲਿਖ ਲਏ 1 2 ਲੈ ਕੇ 7 ਤੱਕ, ਉਹਨਾਂ ਨੂੰ ਬਾਈਨਰੀ ਨੰਬਰਸ ਅਲਾਟ ਕਰਤੇ, ਔਰ P1 ਦਾ ਕੋਡ ਦੇਖਿਆ 001 ਸੀ, ਇਹਦੇ ਰਾਈਟ ਸਾਈਡ 'ਤੇ 1 ਸੀਗਾ। ਤਾਂ ਜਿਨ੍ਹਾਂ ਦੇ ਰਾਈਟ ਸਾਈਡ 'ਤੇ 1 ਹੈ ਉਹ P1 ਚੈੱਕ ਕਰੇਗਾ। P2 ਦੇ ਮਿਡਲ 'ਚ 1 ਸੀ, ਜਿਨ੍ਹਾਂ ਕੋਡਸ ਦੇ ਵਿੱਚ ਮਿਡਲ 'ਚ 1 ਹੈ ਉਹ P2 ਚੈੱਕ ਕਰੇਗਾ। ਫਿਰ P3 ਦੇ ਲੈਫਟ ਮੋਸਟ ਸਾਈਡ 'ਤੇ 1 ਸੀਗਾ, ਜਿਨ੍ਹਾਂ ਪੋਜੀਸ਼ਨਸ 'ਤੇ ਲੈਫਟ ਮੋਸਟ 'ਤੇ 1 ਹੈ ਉਹਨਾਂ ਨੂੰ P3 ਚੈੱਕ ਕਰੇਗਾ, ਉਹ ਆਪਾਂ ਲਿਖ ਲਏ। ਹੁਣ ਨੈਕਸਟ ਸਟੈਪ ਆਉਂਦਾ ਕਿ ਆਪਾਂ P1 P2 P3 ਨੂੰ ਭਰ ਕੇ ਭੇਜੀਏ। ਤਾਂ ਇਸ ਟਾਈਮ 'ਤੇ ਆਪਣਾ ਕੀ ਚੱਲ ਰਿਹਾ, P1 ਹੈ,
P2 है, M1 है, P3 है, M2 है, M3 है ਤੇ M4 ਹੈ। ਇਹੀ ਹੈ ਸੀਨ। ਇਹਦੇ ਆਪਣੇ ਕੋਲ 7 ਪੋਜੀਸ਼ਨਾਂ ਨੇ, 1 ਤੋਂ ਲੈ ਕੇ 7 ਤੱਕ। ਔਰ M1 M2 M3 M4 ਮੈਨੂੰ ਦਿੱਤਾ ਕੁਐਸਚਨ 'ਚ ਕੀ ਹੈ 0101 ਇਹ ਵਾਲਾ ਮੈਸੇਜ ਬਿਟਸ। तो मैं 0 M1 0 है, M2 1 है, 0 है 1 है। ਕਿੱਥੋਂ ਮਿਲਿਆ ਮੈਨੂੰ? ਕੁਐਸਚਨ ਦਿੱਤਾ ਸੀ M1 M ਦੀ ਵੈਲਿਊਜ਼ ਦਿੱਤੀਆਂ ਹੋਈਆਂ 0101, ਤਾਂ ਉਹ ਆਪਾਂ ਲਿਖ ਲਈਆਂ। ਹੁਣ ਆਪਾਂ ਸੈਂਡ ਕਰਨ ਲੱਗੇ ਹਾਂ ਮੈਸੇਜ। M ਦੀ ਵੈਲਿਊ ਲਿਖ ਲਈ, P1 P2 P3 ਦੀ ਵੈਲਿਊਜ਼ ਮੈਂ ਲੱਭਣਾ ਚਾਹੁੰਦਾ। P1 P2 P3 ਦੀ ਵੈਲਿਊਜ਼ ਫਿਲ ਕਰਕੇ ਫਿਰ ਆਪਾਂ ਇਹ ਵਾਲਾ ਇਨਫੋਰਮੇਸ਼ਨ ਜਿਹੜੀ ਹੈ A ਤੋਂ ਸੈਂਡ ਕਰ ਦਿਆਂਗੇ। P1 ਕੀ ਹੋਏਗਾ? ਤਾਂ P1 ਪਹਿਲਾਂ ਮੈਨੂੰ ਪਤਾ ਹੋਣਾ ਚਾਹੀਏ P1 ਕਿਹੜੀ ਕਿਹੜੀ ਪੋਜੀਸ਼ਨ ਵਾਸਤੇ ਹੈ 1 3 5 ਤੇ 7। ਤਾਂ ਇੱਥੇ ਮੈਂ 1 2 3 4 ਇਹਨਾਂ ਦੇ ਪੋਜੀਸ਼ਨ ਨੰਬਰ ਲਿਖ ਰਿਹਾ ਬਸ 6 ਤੇ 7। ਤਾਂ P1 ਦੀ ਜ਼ਿੰਮੇਵਾਰੀ ਹੈ ਪਹਿਲਾ ਤੀਜਾ ਪੰਜਵਾਂ ਸੱਤਵਾਂ। ਪਹਿਲਾ ਕੌਣ ਹੈ? ਇਹ। ਤੀਸਰਾ ਹੈ, ਹੋਰ ਕਿਹੜਾ? ਪਹਿਲਾ ਤੀਜਾ ਪੰਜਵਾਂ ਸੱਤਵਾਂ, ਪੰਜਵਾਂ ਤੇ ਸੱਤਵਾਂ। ਹੁਣ P1 ਕੀ ਕਰੇਗਾ? ਆਪਾਂ ਈਵਨ ਪੈਰਿਟੀ ਬਣਾਉਣੀ ਹੈ। ਇੱਥੇ ਮੈਂ 0 ਜਾਂ 1 ਫਿਲ ਕਰਨਾ, ਦੋਵਾਂ 'ਚੋਂ ਕੋਈ ਇੱਕ ਚੀਜ਼। ਲੇਕਿਨ ਮੈਂ ਕਿੱਦਾਂ ਫਿਲ ਕਰਨੀ ਹੈ ਕਿ P1 ਦੇ ਅੰਡਰ ਜਿਹੜੇ ਆਉਂਦੇ ਨੇ 1 3 5 7 ਇਹਨਾਂ ਪੋਜੀਸ਼ਨਸ 'ਤੇ ਨੰਬਰ ਆਫ 1 ਈਵਨ ਹੋਣੇ ਚਾਹੀਦੇ। ਯਾਨੀ ਕਿ ਇੱਥੇ 1 3 5 ਤੇ 7 ਤੇ 3 ਕੌਣ ਹੈ ਇੱਥੇ? ਇਹ। 5 ਕੌਣ ਹੈ? ਤੇ 1 3 5 ਤੇ 7 ਹੈ ਰਿਹਾ। ਤਾਂ ਮੈਂ ਕੀ ਕਰਾਂਗਾ ਹੁਣ P1 ਤੇ ਕੁਝ ਫਿਲ ਕਰਾਂਗਾ 0 ਜਾਂ 1, ਇਹ ਦੇਖ ਕੇ ਕਿ ਇੱਥੇ ਇੱਥੇ ਤੇ ਇੱਥੇ ਮਿਲਾ ਕੇ ਨੰਬਰ ਆਫ 1s ਈਵਨ ਹੋਣੇ ਚਾਹੀਦੇ ਨੇ, ਈਵਨ ਪੈਰਿਟੀ ਬਣਾਉਣੀ ਹੈ। ਤਾਂ ਆਲਰੇਡੀ ਤੁਸੀਂ ਦੇਖ ਰਹੇ ਹੋ ਇਹ ਵਾਲੀ ਪੋਜੀਸ਼ਨ 'ਤੇ 0 ਹੈ, ਇੱਥੇ 1 ਹੈ, ਇੱਥੇ 1 ਹੈ। ਕਿੰਨੇ ਨੰਬਰ ਆਫ 1 ਹੋ ਗਏ? 2 ਹੋ ਗਏ ਆਲਰੇਡੀ। 2 ਕੀ ਹੈ? ਈਵਨ ਹੀ ਹੁੰਦਾ। ਇਸ ਕਰਕੇ ਮੈਂ ਇੱਥੇ 0 ਪਾਵਾਂਗਾ, 1 ਨਹੀਂ ਪਾਵਾਂਗਾ। ਜੇ ਮੈਂ ਇੱਥੇ 1 ਪਾਤਾ ਤਾਂ ਇਹਨਾਂ 4 ਪੋਜੀਸ਼ਨ 'ਤੇ ਜਿਹੜੇ ਮੈਂ ਇੱਥੇ ਥੱਲੇ ਐਰੋ ਪਾਏ ਹੋਏ ਹੈ ਇਹਨਾਂ 4ਾਂ 'ਤੇ ਨੰਬਰ ਆਫ 1s ਈਵਨ ਹੋਣੇ ਚਾਹੀਦੇ। ਮੰਨ ਲਓ ਕਿ ਮੈਂ ਇੱਥੇ ਅਗਰ 1 ਪਾ ਦਿੰਦਾ ਅਤੇ ਹੁਣ ਕਿੰਨੇ 1 ਹੋ ਗਏ? 1 2 3 3 ਹੋ ਗਏ। 3 ਤੇ ਔਡ ਹੋ ਗਿਆ। ਇਸ ਕਰਕੇ ਆਪਾਂ ਔਡ ਨਹੀਂ ਬਣਨ ਦੇਣਾ। ਆਪਾਂ ਕੀ ਬਣਾਉਣਾ? ਈਵਨ। ਈਵਨ ਪਹਿਲਾਂ ਹੀ ਸੀਗੇ 2 ਸੀਗੇ, ਆਪਾਂ 0 ਪਾ ਦਿੱਤਾ। ਤਾਂ ਮੈਨੂੰ P1 ਦੀ ਵੈਲਿਊ ਮਿਲ ਗਈ। ਇੱਦਾਂ ਵੈਲਿਊਜ਼ ਫਾਈਂਡ ਕਰਨੀ ਹੈ P1 P2 P3 ਦੀ। P1 ਦੀ ਮਿਲ ਗਈ। ਹੁਣ ਮੈਂ ਆਉਣਾ P2 ਤੇ। ਇੱਥੇ ਕੀ ਭਰਨਾ? ਇੱਥੇ ਭਰਨ ਵਾਸਤੇ ਮੈਨੂੰ ਕੀ ਦੇਖਣਾ ਪਏਗਾ? ਪੋਜੀਸ਼ਨਾਂ 2 3 6 7, ਕਿਉਂਕਿ 2 3 6 7 P2 ਦੇ ਅੰਡਰ ਆਉਂਦੀਆਂ। ਤਾਂ 2 3 6 7 ਤੇ ਮਿਲਾ ਕੇ ਨੰਬਰ ਆਫ 1 ਈਵਨ ਹੋਣੇ ਚਾਹੀਦੇ ਆ। ਤਾਂ ਮੈਂ ਮਾਰਕ ਕਰ ਲੈਣਾ 2 3 6 ਤੇ 7। ਹੁਣ ਇਹਨਾਂ 'ਤੇ ਕਾਊਂਟ ਕਰੋ। ਨੰਬਰ ਆਫ 1s ਜਿਹੜੇ ਹੈ ਈਵਨ ਹੋਣੇ ਚਾਹੀਦੇ ਆ। ਇੱਥੇ 0 ਹੈ, ਇੱਥੇ ਵੀ 0 ਹੈ, ਇੱਥੇ ਵੀ, ਇੱਥੇ 0 ਹੈ, ਇੱਥੇ ਵੀ 0 ਹੈ, ਇੱਥੇ 1 ਹੈ। ਕਿੰਨੇ ਨੰਬਰ ਆਫ 1s ਹੋ ਗਏ? 1। 1 ਕੀ ਹੈ? ਔਡ। ਆਪਾਂ ਕਿੰਨੇ ਬਣਾਉਣੇ? ਈਵਨ। ਤਾਂ ਮੈਂ ਕੀ ਕਰਾਂਗਾ ਈਵਨ ਬਣਾਉਣ ਵਾਸਤੇ ਇੱਥੇ ਇੱਕ 1 ਪਾ ਦਾਂਗਾ। ਹੁਣ ਦੇਖੋ 2 3 6 7 ਤੇ ਨੰਬਰ ਆਫ 1s ਜਿਹੜੇ ਨੇ ਈਵਨ ਹੋ ਗਏ। ਕਿੰਨੇ ਹੋ ਗਏ? 2 ਹੋ ਗਏ। ਤਾਂ P2 ਦੀ ਵੈਲਿਊ 1 ਆ ਗਈ। ਇੱਦਾਂ P2 ਦੀ ਵੈਲਿਊ ਫਾਈਂਡ ਹੋ ਗਈ। ਹੁਣ ਰਹਿ ਗਿਆ ਮੇਰੇ ਕੋਲ P3, ਇਹ ਵਾਲੀ ਪੋਜੀਸ਼ਨ। P3 ਦੀ ਵੈਲਿਊ ਫਾਈਂਡ ਕਰਨ ਵਾਸਤੇ ਮੈਨੂੰ ਚੈੱਕ ਕਰਨੇ ਪੈਣਗੇ 4 5 6 ਤੇ 7। ਤਾਂ ਮੈਂ ਮਾਰਕ ਕਰ ਲੈਣਾ 4 5 6 ਤੇ 7। ਹੁਣ ਇਹਨਾਂ 4ਾਂ 'ਤੇ ਤੁਸੀਂ ਦੇਖੋ ਨੰਬਰ ਆਫ 1s ਕਿੰਨੇ ਨੇ? 2 ਹੈ। 2 ਕੀ ਹੈ? ਈਵਨ ਹੈ। ਈਵਨ ਹੀ ਹੈ। ਈਵਨ ਹੈ ਅਤੇ ਮੈਨੂੰ ਇੱਕ ਹੋਰ 1 ਐਡ ਕਰਨ ਦੀ ਲੋੜ ਨਹੀਂ, ਕਿਉਂਕਿ ਜੇ ਮੈਂ ਐਡ ਕਰਾਂਗਾ ਤਾਂ ਔਡ ਹੋ ਜਾਣਗੇ, 3 1 ਹੋ ਜਾਣਗੇ। ਮੈਂ ਕੀ ਕਰਨਾ? ਈਵਨ। ਈਵਨ ਹੈ ਇਸ ਕਰਕੇ 0 ਪਾ ਦਿਓ। ਤਾਂ ਮੈਨੂੰ ਹੁਣ ਕੀ ਮਿਲ ਗਿਆ? ਹੈਮਿੰਗ ਕੋਡ ਦੇ ਵਿੱਚ ਇਹ ਜਿਹੜਾ ਫਾਈਨਲ ਮੈਸੇਜ ਜਿਹੜਾ 0 1 0 0 ਇਹ ਮੈਂ ਸੈਂਡ ਕਰ ਦਾਂਗਾ। ਹੁਣ ਸੈਂਡ ਕਰਤਾ ਇੱਕ ਵਾਰੀ। ਮੰਨ ਲਓ ਕਿ ਰਸਤੇ ਦੇ ਵਿੱਚ B ਨੂੰ ਮਿਲਣ ਤੋਂ ਪਹਿਲਾਂ ਐਰਰ ਆ ਗਈ। ਔਰ ਐਰਰ ਕਿੱਥੇ ਆ ਗਈ? ਸਮਝ ਲਓ ਕਿ
ਜਿਹੜਾ ਆਪਣਾ ਪੋਜੀਸ਼ਨ ਨੰਬਰ, ਹੁਣ ਤੁਸੀਂ ਦੇਖਣਾ ਕਿ ਆਪਾਂ ਐਰਰ ਵੀ ਦੇਵਾਂਗੇ ਇੱਕ, ਫਿਰ ਪਤਾ ਵੀ ਕਰਾ ਲਾਂਗੇ ਕਿ ਐਰਰ ਕਿੱਥੇ ਆਈ। ਮੰਨ ਲਓ ਕਿ ਪੋਜੀਸ਼ਨ ਨੰਬਰ 4, ਇਹ ਵਾਲੀ ਪੋਜੀਸ਼ਨ, ਇੱਥੇ ਐਰਰ ਆ ਗਈ, ਠੀਕ ਹੈ, ਹਾਰਡਵੇਅਰ ਨੋਇਸ ਜਾਂ ਕੁਛ ਵੀ ਇਹੋ ਜਿਹੀ ਇਸ਼ੂ ਕਰਕੇ ਟਰਾਂਸਫਰ ਦੇ ਦੌਰਾਨ ਜਿਹੜਾ ਮੈਸੇਜ ਬੀ ਨੂੰ ਮਿਲਿਆ, ਬੀ ਨੂੰ ਕੀ ਮਿਲਿਆ 010, ਇੱਥੇ 0 ਆਣਾ ਸੀ ਪਰ ਐਰਰ ਆ ਗਈ 1 ਆਇਆ, 101, ਠੀਕ ਹੈ। ਤਾਂ ਭੇਜਿਆ ਗਿਆ ਸੀ ਇਹ, ਮਿਲਿਆ ਬੀ ਨੂੰ 01010, ਇੱਥੇ ਗਲਤੀ ਕਿੱਥੇ ਆ ਗਈ ਪੋਜੀਸ਼ਨ ਨੰਬਰ 4 ਤੇ। ਤਾਂ ਹੁਣ ਬੀ ਕੀ ਕਰੇਗਾ, ਸਭ ਤੋਂ ਪਹਿਲਾਂ ਚੈੱਕ ਕਰੇਗਾ ਕੋਡ ਜਿਹੜਾ ਉਹਨੂੰ ਮਿਲਿਆ ਹੈ ਉਹ ਕਰੈਕਟ ਹੈ ਜਾਂ ਨਹੀਂ। ਤਾਂ ਉਹਦੇ ਵਾਸਤੇ ਜਿਹੜਾ ਹੈਗਾ ਬੀ ਵਾਲੀ ਸਾਈਡ ਕੀ ਫਾਈਂਡ ਕਰੇਗੀ, ਚੈੱਕ ਬਿਟਸ ਫਾਈਂਡ ਕਰੇਗੀ। ਚੈੱਕ ਬਿਟਸ ਮਤਲਬ, ਤਾਂ ਆਪਾਂ ਕੀ ਕਰਾਂਗੇ ਹੁਣ, ਬੀ ਵਾਲੀ ਸਾਈਡ ਨੂੰ ਕੀ ਮਿਲਿਆ, ਇਹ ਵਾਲਾ ਕੋਡ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮਿਲ ਗਿਆ ਉਹਨੂੰ। ਹੁਣ ਆਪਾਂ ਕੀ ਕਰਨਾ, ਦੁਬਾਰਾ ਅਸੀਂ ਚੈੱਕ ਕਰਨਾ, ਕੀ ਚੈੱਕ ਕਰਨਾ, ਪੀ ਦੀ ਵੈਲਿਊ ਫਾਈਂਡ ਕਰਨੀ ਹੈ, P1 P2 P3, ਇਹਨਾਂ ਦੀ ਵੈਲਿਊਜ਼ ਆਪਾਂ ਫਾਈਂਡ ਕਰਨੀ ਹੈ। ਕਿੱਦਾਂ ਫਾਈਂਡ ਕਰਨੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ P1 ਚੈੱਕ ਕਰੇਗਾ 1 3 5 ਤੇ 7 ਨੂੰ, तो 1 3 5 7 ਚੈੱਕ ਕਰੋ। ਹੁਣ ਆਪਾਂ ਇਹ ਵਾਲੇ ਕੋਡ 'ਚ 1 3 5 7 ਚੈੱਕ ਕਰਾਂਗੇ। ਪਹਿਲਾਂ ਆਪਾਂ ਸੈਂਡਿੰਗ ਸਾਈਡ 'ਤੇ ਇਹਨੂੰ ਚੈੱਕ ਕਰਕੇ ਪੀ ਦੀਆਂ ਵੈਲਿਊ ਫਾਈਂਡ ਕੀਤੀਆਂ ਸੀ। ਹੁਣ ਜਦੋਂ ਸਾਨੂੰ ਬੀ ਵਾਲੀ ਸਾਈਡ 'ਤੇ ਆ ਗਏ ਹਾਂ ਆਪਾਂ, ਹੁਣ ਆਪਾਂ ਬੀ ਵਾਲੀ ਸਾਈਡ 'ਤੇ ਜਿਹੜਾ ਕੋਡ ਆਇਆ ਉਹਨੂੰ ਦੇਖ ਕੇ P1 P2 P3 ਫਾਈਂਡ ਕਰਨੇ ਆ। ਤੋ P1 ਦਾ ਕੰਮ ਕੀ ਸੀ, 1 3 5 7 ਨੂੰ ਚੈੱਕ ਕਰਨਾ। 1 ਮਤਲਬ ਕਿ ਇਹ ਪੋਜੀਸ਼ਨ 1 ਹੈ, 2 ਹੈ, 3 ਹੈ, 4 ਹੈ, 5 ਹੈ, 6 ਹੈ ਤੇ 7 ਹੈ, ਨੰਬਰ ਲਿਖ ਲਿਆ ਆਪਾਂ। ਤੋ 1 3 1 3 5 ਤੇ 7, ਤੁਸੀਂ ਦੇਖੋ ਕਿ ਇਹਨਾਂ ਤੇ ਨੰਬਰ ਆਫ ਵਨਸ ਈਵਨ ਹੈ ਕਿ ਔਡ ਹੈ। तो 1 3 5 7 ਤੇ ਨੰਬਰ ਆਫ 1 ਕੀ ਹੈ, ਈਵਨ ਹੈ, तो P1 ਦੀ ਵੈਲਿਊ 0 ਹੋ ਜਾਏਗੀ, ਠੀਕ ਹੈ। ਫਿਰ ਸੈਕੰਡ ਪੋਜੀਸ਼ਨ ਕੀ ਹੈ, P2 ਫਾਈਂਡ ਕਰਨਾ ਹੈ, ਤੇ P2 ਕਿਹਨੂੰ ਚੈੱਕ ਕਰੇਗਾ, 2 3 6 ਤੇ 7 ਨੂੰ, ਯਾਨੀ ਕਿ 2 3 6 ਤੇ 7। तो ਤੁਸੀਂ ਦੇਖਣਾ ਹੈ ਕਿ 2 3 6 7 ਤੇ ਈਵਨ ਨੰਬਰ ਆਫ ਵਨਸ ਹੈ ਜਾਂ ਨਹੀਂ। ਅਗਰ ਈਵਨ ਨੰਬਰ ਆਫ 1 ਹੈ ਤੇ ਫਿਰ 0 ਹੈ P2, ਅਗਰ ਔਡ ਨੰਬਰ ਆਫ 1 ਹੈ ਤੇ 1 ਹੈ। 2 3 6 7 ਤੇ ਈਵਨ ਨੰਬਰ ਆਫ 2 ਤੇ 1 ਹੈ, 3 ਤੇ 0 ਹੈ, 6 ਤੇ 0 ਹੈ, 7 ਤੇ 1 ਹੈ। तो टोटल नंबर ऑफ 1 कितने हो गए 2, 2 ਈਵਨ ਹੋ ਗਿਆ, ਇੱਥੇ 0 ਆ ਗਿਆ, 2 ਦੀ ਵੈਲਿਊ ਆ ਗਈ। ਹੁਣ P3 ਚੈੱਕ ਕਰੇਗਾ, P3 ਚੈੱਕ ਕਰਦਾ ਸੀ ਕਿੰਨੂੰ 4 5 6 ਤੇ 7 ਨੂੰ। तो 4 5 6 7 'ਚ 4 ਰਹਿ ਰਿਹਾ, 5 ਰਹਿ ਰਿਹਾ, 6 ਰਹਿ ਰਿਹਾ ਤੇ 7 ਰਹਿ ਰਿਹਾ। ਕਿੰਨੇ ਨੰਬਰ ਆਫ 1 ਹੈ ਇਹ 'ਚ, 3 3 ਹੈ। ਆਪਾਂ ਕਿੰਨੇ ਬਣਾਉਣੇ ਆ, 4 4 ਕੀ ਹੈ ਈਵਨ, ਆਪਾਂ 4 ਬਣਾਉਣੇ ਆ। 4 ਬਣਾਉਣ ਵਾਸਤੇ ਆਪਾਂ P3 ਨੂੰ 1 ਲਿਖ ਦਾਂਗੇ। ਤੋ ਇਹ ਮੇਰੇ ਕੋਲ P1 P2 P3 ਦੀ ਵੈਲਿਊ ਆ ਗਈ 0 0 1। ਹੁਣ ਜਿਹੜਾ ਹੈਗਾ ਕਿਹੜੀ ਪੋਜੀਸ਼ਨ 'ਤੇ ਗਲਤੀ ਹੋਈ ਹੈ ਉਹ ਆਪਾਂ ਨੂੰ ਇੱਥੋਂ ਪਤਾ ਲੱਗ ਜਾਏਗੀ P1 P2 P3 ਦੀ, ਕਿ P1 P2 P3 ਨੂੰ ਜਦੋਂ ਆਪਾਂ ਰਿਵਰਸ ਲਿਖਾਂਗੇ, ਮਤਲਬ ਕਿ ਰਿਵਰਸ ਕਰਕੇ ਲਿਖਾਂਗੇ ਇਹਨੂੰ, वन ज़ीरो ज़ीरो, तो 100 ਦਾ ਵੈਲਿਊ ਕਿੰਨੀ ਹੈ, 100 ਦੀ ਵੈਲਿਊ ਹੁੰਦੀ ਹੈ ਡੈਸੀਮਲ ਦੇ ਵਿੱਚ, ਇਹਨੂੰ ਤੁਸੀਂ ਡੈਸੀਮਲ 'ਚ ਕਨਵਰਟ ਕਰ ਲਓ ਵੇਟਸ ਅਸਾਈਨ ਕਰਕੇ, है ना। 0 इंटू 2 दी पावर 0 प्लस 0 इंटू 2 दी पावर 1 प्लस 0 प्लस 1 इंटू 2 दी पावर 2। तो ਇਹਦਾ ਕਿੰਨੀ ਵੈਲਿਊ ਆਏਗੀ, ਇਹਦੀ ਆਏਗੀ 4। ਤੋ ਇਹ ਦੱਸ ਦੇਗਾ ਮੈਨੂੰ ਕਿ ਚੌਥੀ ਪੋਜੀਸ਼ਨ 'ਤੇ ਐਰਰ ਆਈ ਹੈ। तो ਤੁਸੀਂ ਦੇਖ ਸਕਦੇ ਹੋ ਆਪਾਂ ਚੌਥੀ ਪੋਜੀਸ਼ਨ 'ਤੇ ਹੀ 0 ਦਾ 1 ਬਣਾਇਆ ਸੀ, ਅਤੇ ਇਹਨੇ ਸਾਨੂੰ ਐਮਿੰਗ ਕੋਡ ਨੇ ਦੱਸਤਾ ਚੌਥੀ ਪੋਜੀਸ਼ਨ 'ਤੇ ਐਰਰ ਆਉਂਦੀ ਹੈ। ਤੋ ਇੱਥਾਂ ਸਾਨੂੰ ਇਹ ਐਰਰ ਆਪਾਂ ਕਰੈਕਟ ਕਰ ਲਾਂਗੇ, ਇਸ ਤਰ੍ਹਾਂ ਆਪਾਂ ਕਰੈਕਟ ਕਰ ਸਕਦੇ ਹਾਂ ਆਪਾਂ ਆਪਣੇ ਐਰਰ ਨੂੰ। ਜਦੋਂ ਆਪਾਂ ਨੂੰ ਫਾਈਨਲੀ ਪਤਾ ਲੱਗ ਜਾਏਗਾ ਬੀ ਸਾਈਡ 'ਤੇ
ਪੀਜ਼ ਕੈਲਕੂਲੇਟ ਕਰਕੇ ਕਿ 4th ਪੋਜੀਸ਼ਨ ਜਿਹੜੀ ਹੈ ਹੈਮਿੰਗ ਕੋਡ। ਇੱਕ ਤੁਹਾਡੀ ਬੁੱਕ ਦੇ ਵਿੱਚ ਕੁਐਸਚਨ ਨੰਬਰ 13 ਹੈ ਸੋਲਵਡ ਐਕਸਰਸਾਈਜ਼ ਦੇ ਵਿੱਚ। ਹੋ ਸਕਦਾ ਨਵੀਂ ਐਡੀਸ਼ਨ 'ਚ ਕੋਈ ਹੋਰ ਕੁਐਸਚਨ ਨੰਬਰ ਹੋਵੇ ਸੋਲਵਡ ਐਕਸਰਸਾਈਜ਼ ਦੇ ਵਿੱਚ, ਤਾਂ ਉਹ ਤੁਸੀਂ ਅਟੈਂਪਟ ਕਰਨਾ ਹੈ। ਹੈਮਿੰਗ ਕੋਡ ਦਾ ਕੁਐਸਚਨ ਹੈ, ਉਹਦੇ ਵਿੱਚ ਦਿੱਤਾ ਹੋਇਆ ਕਿ 7 ਬਿਟ ਜਿਹੜਾ ਹੈਮਿੰਗ ਕੋਡ ਹੈ ਰਿਸੀਵ ਹੋਇਆ, ਠੀਕ ਹੈ। ਉਹਨਾਂ ਨੇ ਰਿਸੀਵ ਕੀਤਾ ਕੀ ਉਹਨਾਂ ਨੇ ਕੋਡ ਵੀ ਦਿੱਤਾ 0010001, ਇਹ ਕੋਡ ਰਿਸੀਵ ਹੋ ਗਿਆ। ਅਤੇ ਉਹਨਾਂ ਨੇ ਇਹ ਦਿੱਤਾ ਕਿ ਈਵਨ ਪੈਰਿਟੀ ਯੂਜ਼ ਹੋਈ ਹੈ। ਤੋ ਈਵਨ ਪੈਰਿਟੀ ਉਹਨਾਂ ਨੇ ਕੁਐਸਚਨ 'ਚ ਮੈਂਸ਼ਨ ਕੀਤਾ ਹੈ। ਤੋ ਆਪਾਂ ਨੂੰ ਇਹ ਵੀ ਦੇਖਣਾ ਪਏਗਾ ਕਿ ਕੁਐਸਚਨ 'ਚ ਈਵਨ ਪੈਰਿਟੀ ਕਹਿ ਰਹੇ ਕਿ ਔਡ ਪੈਰਿਟੀ। ਇਹ ਵਾਲੇ ਕੁਐਸਚਨ 13 ਨੰਬਰ ਕੁਐਸਚਨ 'ਚ ਈਵਨ ਪੈਰਿਟੀ ਕਹਿ ਰਹੇ ਆ। ਫੋਰ ਐਗਜ਼ਾਮਪਲ ਜਿੱਦਾਂ ਪਿੱਛੇ ਆਪਾਂ ਇਹ ਕੁਐਸਚਨ ਸੋਲਵ ਕੀਤਾ ਸੀ, ਆਪਾਂ ਇਹ ਦੇਖ ਰਹੇ ਸੀ ਕਿ ਜਦੋਂ ਆਪਾਂ P1 ਦੀ ਵੈਲਿਊ ਫਾਈਂਡ ਕਰਨੀ ਸੀ, ਆਪਾਂ ਦੇਖ ਰਹੇ ਸੀ 1 3 5 ਅਤੇ 7 ਪੋਜੀਸ਼ਨ 'ਤੇ ਨੰਬਰ ਆਫ ਵਨਸ ਈਵਨ ਹੋਣ। ਅਗਰ ਈਵਨ ਹੈ ਤਾਂ 0 ਪਾ ਦਿੰਦੇ ਸੀ, ਅਗਰ ਔਡ ਹੈ ਤਾਂ 1 ਪਾ ਦਿੰਦੇ ਸੀ P1 'ਤੇ। ਤੋ ਲੇਕਿਨ ਅਗਰ ਕੁਐਸਚਨ 'ਚ ਉਹਨਾਂ ਨੇ ਔਡ ਪੈਰਿਟੀ ਕਹੀ ਹੋਵੇ ਤਾਂ ਆਪਾਂ ਔਡ ਪੈਰਿਟੀ ਫਾਈਂਡ ਕਰਨੀ ਹੈ। ਮਤਲਬ ਕਿ ਅਗਰ 1 3 5 7 'ਤੇ ਔਡ ਨੰਬਰ ਆਫ ਵਨਸ ਹੈ ਤਾਂ ਆਪਾਂ 0 ਪਾਵਾਂਗੇ, ਅਗਰ ਈਵਨ ਨੰਬਰ ਆਫ ਵਨਸ ਹੈ ਤਾਂ 1 ਪਾ ਦਾਂਗੇ। ਤੋ ਇਹ ਆਪਾਂ ਨੂੰ ਦੇਖਣਾ ਪਏਗਾ ਕਿ ਕੁਐਸਚਨ 'ਚ ਪੁੱਛਿਆ ਕੀ ਹੈ। ਇਹ ਵਾਲੇ ਕੁਐਸਚਨ 'ਚ ਈਵਨ ਪੈਰਿਟੀ ਕਹੀ ਗਈ ਹੈ, ਇਹ ਵਾਲਾ ਕੋਡ ਰਿਸੀਵ ਹੋਇਆ ਅਤੇ ਉਹ ਕਹਿ ਰਿਹਾ ਕਿ ਕਰੈਕਟ ਕੋਡ ਫਾਈਂਡ ਕਰੋ, ਫਾਈਂਡ ਦੀ ਕੋਡ ਨੂੰ ਕਰੈਕਟ ਕਰਕੇ ਲਿਖੋ। ਤੋ ਇਹ ਜਿਹੜਾ ਕੁਐਸਚਨ ਆ ਕੀ ਕਰਾਂਗੇ ਆਪਾਂ, ਜਿਹੜਾ ਆਪਾਂ ਰਿਸੀਵਰ ਸਾਈਡ 'ਤੇ ਹੁਣੇ ਕਰਕੇ ਹਟੇ ਹਾਂ, ਇਹ ਆਪਣੇ ਸੋਲਵਡ ਐਗਜ਼ਾਮਪਲ 'ਚ ਇੱਥੇ P1 P2 P3 ਫਾਈਂਡ ਕੀਤਾ ਸੀ, ਅਤੇ ਉਹੀ ਆਪਾਂ ਕਰਨਾ ਕਿ ਆਪਾਂ ਕੀ ਕਰਾਂਗੇ P1 ਜਿਹੜਾ ਕੋਡ ਹੈ ਉਹ ਲਿਖ ਲਾਂਗੇ 001 ਸਾਨੂੰ ਦਿੱਤਾ ਹੋਇਆ, ਅਤੇ 0001 ਇਹ ਕੋਡ ਦਿੱਤਾ ਹੈ। ਇਹਦੇ ਵਿੱਚ ਆਪਾਂ ਕੀ ਕਰਨਾ ਹੈ, ਆਪਾਂ ਉਹੀ ਆਪਣੀ ਪੋਜੀਸ਼ਨਿੰਗ ਦੇ ਦੇਣੀ ਇਹਨੂੰ 1 2 3 4 5 6 ਅਤੇ 7 ਆਪਾਂ ਪੋਜੀਸ਼ਨਸ ਦੇ ਦਿੱਤੇ ਕੋਡ ਨੂੰ। ਇੱਕ ਵਾਰੀ ਦੁਬਾਰਾ ਲਿਖ ਦਿੰਦੇ ਹਾਂ ਇਹਨੂੰ 000 001 0001 1 2 3 4 5 6 ਅਤੇ 7 ਇਹ ਪੋਜੀਸ਼ਨਸ ਆ ਗਏ। ਇਹ ਹੈਗਾ P1, ਇਹ ਹੈਗਾ P2, ਇਹ ਹੈਗਾ M1, ਇਹ ਹੈਗਾ P3 M2 M3 ਅਤੇ M4। ਹੁਣ ਆਪਾਂ ਫਸਟ ਪੈਰਿਟੀ ਚੈੱਕ ਕਰਨੀ ਹੈ। P1 ਆਪਾਂ ਕਿੱਦਾਂ ਕਰਾਂਗੇ, ਫਾਈਂਡ ਕਰਾਂਗੇ ਔਰ ਫਿਰ P3 ਫਾਈਂਡ ਕਰਾਂਗੇ। P1 ਕਿੱਦਾਂ ਚੈੱਕ ਕਰਾਂਗੇ, ਫਸਟ 1 3 5 ਅਤੇ 7 1 3 5 ਅਤੇ 7 ਪੋਜੀਸ਼ਨ ਨੂੰ ਚੈੱਕ ਕਰਾਂਗੇ ਟੋਟਲ ਨੰਬਰ ਆਫ ਵਨਸ ਈਵਨ ਹੈ ਜਾਂ ਨਹੀਂ, ਕਿਉਂਕਿ ਈਵਨ ਪੈਰਿਟੀ ਪੁੱਛੀ ਹੈ ਉਹਨਾਂ ਨੇ। 1 3 5 7 'ਤੇ ਆਲਰੇਡੀ ਈਵਨ ਹੈ, ਇਸ ਕਰਕੇ 0 ਆ ਜਾਏਗਾ। P2 ਫਾਈਂਡ ਕਰਾਂਗੇ 2 3 6 7 'ਤੇ ਚੈੱਕ ਕਰਾਂਗੇ 2 3 6 ਅਤੇ 7 'ਤੇ ਚੈੱਕ ਕਰਾਂਗੇ, ਔਰ ਇਹਦੇ 'ਚ ਆਪਾਂ ਦੇਖਾਂਗੇ ਕਿ ਆਲਰੇਡੀ ਈਵਨ ਹੀ ਹੈ, ਇਸ ਕਰਕੇ 0 ਆ ਜਾਏਗਾ। ਔਰ ਇੱਦਾਂ ਹੀ P3 ਤੁਸੀਂ P3 ਦੀ ਵੈਲਿਊ ਫਾਈਂਡ ਕਰ ਲਾਂਗੇ। P3 ਦੀ ਵੈਲਿਊ ਕਿੱਦਾਂ ਫਾਈਂਡ ਕਰਾਂਗੇ, 4 5 6 ਅਤੇ 7 ਪੋਜੀਸ਼ਨ 'ਤੇ ਜਾ ਕੇ, ਯਾਨੀ ਕਿ ਇਹ ਜਿਹੜੀਆਂ ਆਖਰੀ 4 ਹੈ ਦੇਖਾਂਗੇ ਆਪਾਂ ਔਰ ਨੰਬਰ ਆਫ 1 ਹੈ ਕਿ ਈਵਨ ਹੈ। ਈਵਨ ਆਪਾਂ ਬਣਾਉਣੇ ਕਿਉਂਕਿ ਕੁਐਸਚਨ 'ਚ ਕੀ ਦਿੱਤਾ ਸਾਨੂੰ, ਈਵਨ ਪੈਰਿਟੀ ਕਿਹਾ ਗਿਆ। ਤੋ ਇੱਥੇ ਆਲਰੇਡੀ ਔਡ ਨੰਬਰ ਆਫ 1 ਹੈ, ਇੱਕੋ ਹੀ 1 ਹੈ, ਆਪਾਂ ਇੱਥੇ 1 ਪਾ ਦਾਂਗੇ, ਈਵਨ ਬਣ ਜਾਣਗੇ। ਤੋ ਮੇਰੇ ਕੋਲ ਕੀ ਆ ਗਿਆ, P1 P2 P3 P1 P2 P3 ਆ ਗਿਆ 0001।
0001। तो ਇਹਨਾਂ ਨੂੰ ਆਪਾਂ ਜੋ ਰਿਵਰਸ 'ਚ ਲਿਖ ਦਾਂਗੇ 100, ਇਹ ਸਾਨੂੰ ਦੱਸੇਗਾ ਕਿ ਇਸ ਜਗ੍ਹਾ 'ਤੇ ਐਰਰ ਹੈਗਾ। ਔਰ 100 ਦੀ ਵੈਲਿਊ ਕੀ ਹੁੰਦੀ ਹੈ? 100 ਦੀ ਵੈਲਿਊ ਹੁੰਦੀ ਹੈ 4, ਤਾਂ 4th ਬਿਟ ਜਿਹੜੀ ਹੈ ਉਹ 'ਚ ਐਰਰ ਹੈਗੀ ਹੈ 4th ਪੋਜੀਸ਼ਨ 'ਤੇ। 4th ਪੋਜੀਸ਼ਨ ਕਿਹੜੀ ਹੈ ਇਹਦੇ ਵਿੱਚ ਕੋਡ ਦੇ ਵਿੱਚ? ਫਸਟ, ਸੈਕਿੰਡ, ਥਰਡ, ਇਹ ਵਾਲੀ 4th ਪੋਜੀਸ਼ਨ ਹੈ। ਇਹਨੂੰ ਆਪਾਂ 0 ਦਾ 1 ਬਣਾ ਦਾਂਗੇ। ਤਾਂ ਫਾਈਨਲ ਜਿਹੜਾ ਕਰੈਕਟ ਕੋਡ ਕੀ ਆਇਆ ਮੇਰੇ ਕੋਲ? ਕਰੈਕਟ ਕੋਡ ਆ ਗਿਆ 000001। 4th ਪੋਜੀਸ਼ਨ 'ਤੇ ਕੀ ਸੀਗਾ ਪਹਿਲਾਂ ਕੁਐਸਚਨ ਦੇ ਵਿੱਚ? 0 ਸੀ, ਉਹਨੂੰ ਆਪਾਂ ਕਰੈਕਟ ਕਰਕੇ ਕੀ ਬਣਾਵਾਂਗੇ 1, ਫਿਰ ਅੱਗੇ ਆ ਗਿਆ 001। तो ये आंसर आ गया। तो एक बार करके देखना पड़ेगा ਤੁਹਾਨੂੰ ਵੀ, और अटैम्प्ट करोगे क्वेश्चन। तो अगर कोई एरर है, तो अगर कोई डाउट है तो ਤੁਸੀਂ ਪੁੱਛ ਸਕਦੇ ਹੋ। बहुत बहुत थैंक यू।